ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਹੈ ਜੀ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਆਪਾਂ ਇਸ ਚੈਨਲ ਤੇ ਕਰ ਰਹੇ ਸੀ ਪੰਜਾਬੀ ਸਾਹਿਤ ਦੇ ਰੂਪ, ਜਿਸ ਦੇ ਅਧੀਨ ਅਸੀਂ 4 ਸਾਹਿਤ ਰੂਪ ਕਰ ਚੁੱਕੇ ਹਾਂ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ 5ਵਾਂ ਸਾਹਿਤ ਰੂਪ, ਜਿਸ ਦਾ ਨਾਮ ਹੈ ਨਾਟਕ। ਇਸ ਨਾਲ ਹੀ ਸਾਡੇ ਮੌਕ ਟੈਸਟ ਵੀ ਚੱਲ ਰਹੇ ਨੇ। 9 ਮੌਕ ਟੈਸਟ ਹੋ ਚੁੱਕੇ ਨੇ ਜਿਨ੍ਹਾਂ ਦੀ ਪਲੇਲਿਸਟ ਬਣ ਚੁੱਕੀ ਹੈ। ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚੋਂ ਲਿੰਕ ਮਿਲ ਜਾਏਗਾ ਤੇ ਨਾਲ ਹੀ ਜੋ ਸਵੈ ਜੀਵਨੀਕਾਰ ਆ ਉਹ ਵੀ ਸਾਰੇ ਕਰ ਲਏ ਨੇ ਆਪਾਂ, ਤੇ ਜੋ ਹੋਰ ਵੀਡੀਓਜ਼ ਇਸ ਚੈਨਲ ਤੇ ਅਪਲੋਡ ਕੀਤੀਆਂ ਉਹਨਾਂ ਦੇ ਸਾਰਿਆਂ ਦੇ ਲਿੰਕਸ ਤੁਹਾਨੂੰ ਮਿਲ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਜੀ। ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ ਸਾਹਿਤ ਦਾ ਰੂਪ ਨਾਟਕ ਬਾਰੇ। ਨਾਟਕ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਹੈ ਡਰਾਮਾ, ਇਹ ਯੂਨਾਨੀ ਭਾਸ਼ਾ ਦਾ ਸ਼ਬਦ ਹੈ, ਠੀਕ ਹੈ, ਜਿਸ ਦਾ ਅਰਥ ਹੈ ਕੀਤਾ ਹੋਇਆ ਕਾਰਜ। ਜੋ ਪੰਜਾਬੀ ਸਾਹਿਤ ਕੋਸ਼ ਹੈ ਉਸ ਦੇ ਅਨੁਸਾਰ ਵੀ ਇਸ ਦੀ ਪਰਿਭਾਸ਼ਾ ਕੀ ਹੈ ਕਿ ਕੋਈ ਵੀ ਕੀਤਾ ਹੋਇਆ ਕੰਮ ਕੀ ਕਹਾਉਂਦਾ ਹੈ? ਡਰਾਮਾ। ਨਾਲ ਹੀ ਇਸ ਨੂੰ ਕਿਹਾ ਜਾਂਦਾ ਪਲੇ। ਅੰਗਰੇਜ਼ੀ ਦੇ ਵਿੱਚ ਇਹ 2 ਨਾਮ ਨੇ, ਡਰਾਮਾ ਅਤੇ ਪਲੇ। ਡਰਾਮਾ ਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਹਾਂ ਨਾਟਕ ਅਤੇ ਪਲੇ ਨੂੰ ਕਹਿੰਦੇ ਹਾਂ ਰੂਪਕ, ਅਤੇ ਪੱਛਮ ਦੇ ਵਿੱਚ ਇਹੀ ਨਾਮ ਨੇ, ਡਰਾਮਾ ਅਤੇ ਪਲੇ। ਗੱਲ ਕਰੀਏ ਨਾਟਕ ਦੀ ਤਾਂ ਨਾਟਕ ਨੂੰ 5ਵਾਂ ਵੇਦ ਮੰਨਿਆ ਜਾਂਦਾ ਹੈ। ਜਿਹੜੇ ਆਚਾਰੀਆ ਸੀ ਉਹਨੂੰ 5ਵਾਂ ਵੇਦ ਮੰਨਦੇ ਸੀ। ਇਸ ਤੋਂ ਬਾਅਦ ਇਸ ਦੀ ਜਨਮ ਭੂਮੀ ਹੈ ਜੀ ਯੂਨਾਨ ਜਾਂ ਗਰੀਸ ਕਹਿ ਸਕਦੇ ਹਾਂ ਆਪਾਂ। ਪੱਛਮ ਦੇ ਵਿੱਚ ਵੀ ਇਹ ਸ਼ੁਰੂ ਹੋਇਆ ਈਸਾ ਪੂਰਵ, ਅਤੇ ਪੂਰਵ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਸਮਾਂ ਸੀ ਉਹ ਸਮਾਨਾਂਤਰੀ ਸੀਗਾ, ਠੀਕ ਹੈ, ਸ਼ੁਰੂਆਤ ਇਹਦੀ। ਅਤੇ ਜੇ ਗੱਲ ਕਰੀਏ ਆਪਾਂ ਇਸ ਦੇ ਨਿਕਾਸ ਦੀ ਕਿ ਇਹ ਸ਼ਬਦ ਦਾ ਨਿਕਾਸ ਕਿੱਥੋਂ ਹੋਇਆ, ਤਾਂ ਇਸ ਸੰਬੰਧੀ 2 ਮੱਤ ਪ੍ਰਚਲਿਤ ਨੇ। ਇੱਕ ਤਾਂ ਹੈ ਜੀ ਨਟਾਂ, ਠੀਕ ਹੈ, ਨਟਾਂ ਮਤਲਬ ਜਿਹੜੇ ਨਾਇਕ ਆ। ਦੂਸਰਾ ਹੈ ਨਟ, ਨਾਟ ਜਾਂ ਫਿਰ ਨ੍ਰਿਤ। ਜੋ ਨਟ ਅਤੇ ਨਾਟ ਆ ਇਹਨਾਂ ਦੋਨਾਂ ਦਾ ਮਤਲਬ ਨਕਲ ਹੈ ਅਤੇ ਨ੍ਰਿਤ ਦਾ ਮਤਲਬ ਨੱਚਣਾ, ਅਤੇ ਇਹ ਸਾਰੇ ਜਿਹੜੇ ਸ਼ਬਦ ਆ ਉਹ ਸੰਸਕ੍ਰਿਤ ਦੇ ਆ। ਇਸ ਤੋਂ ਮੰਨਿਆ ਜਾਂਦਾ ਇਹਦਾ ਅਰਥ, ਸ਼ਬਦੀ ਅਰਥ ਨਾਟਕ ਦਾ, ਠੀਕ ਹੈ। ਅਤੇ ਨਾਲ ਹੀ ਸੰਬੰਧ ਜੋੜਿਆ ਜਾਂਦਾ ਜੋ ਡਰਾਮਾ ਸ਼ਬਦ ਹੈ ਉਹ ਮੰਨਿਆ ਜਾਂਦਾ ਹੈ ਕਿ ਡਰਾ ਸ਼ਬਦ ਤੋਂ ਲਿਆ ਗਿਆ ਹੈ, ਡਰਾਮਾ ਸ਼ਬਦ, ਠੀਕ ਹੈ, ਜਿਸ ਦਾ ਮਤਲਬ ਕੋਈ ਵੀ ਕਾਰਜ ਕਰਨਾ। ਇਸ ਤੋਂ ਬਾਅਦ ਜੇ ਦੇਖੀਏ ਤਾਂ ਨਾਟਕ ਹੈ ਜਿਹੜਾ ਉਸਨੂੰ ਦੋਹਰੇ ਚਰਿੱਤਰ ਵਾਲੀ ਵਿਧਾ ਕਿਹਾ ਜਾਂਦਾ ਹੈ। ਦੋਹਰੇ ਚਰਿੱਤਰ ਵਾਲੀ ਵਿਧਾ ਕਿਉਂ? ਕਿਉਂਕਿ ਇਸ ਦੇ ਵਿੱਚ ਸਾਹਿਤਿਕ ਅੰਸ਼ ਵੀ ਹੈ ਅਤੇ ਕਲਾ ਵੀ। ਸਾਹਿਤ ਦੇ ਮਤਲਬ ਪਾਠਕ ਨੂੰ ਪੜ੍ਹਨ ਦੇ ਲਈ ਵੀ ਇਹ ਲਾਭਕਾਰੀ ਹੈ। ਕਲਾ ਮਤਲਬ ਜੋ ਆਪਾਂ ਰੰਗਮੰਚ ਲੈ ਸਕਦੇ ਹਾਂ, ਇਸ ਦੇ ਵਿੱਚ ਥੀਏਟਰ ਦੀ ਕਲਾ ਇਹਦੇ ਵਿੱਚ, ਅਤੇ ਸਾਹਿਤ ਜਿਹੜਾ ਆਪਣਾ ਪੜ੍ਹਿਆ ਜਾਣ ਵਾਲਾ ਸਾਹਿਤ ਹੈ, ਠੀਕ ਹੈ। ਇਸ ਕਰਕੇ ਇਹ ਪ੍ਰਸ਼ਨ ਇੰਪੋਰਟੈਂਟ ਹੈ। ਦੋਹਰੇ ਚਰਿੱਤਰ ਵਾਲੀ ਵਿਧਾ ਗੀ ਕਿਹੜੀ? ਨਾਟਕ, ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਵੇਦ ਵਾਲੀ, ਹੈ ਨਾ, ਕਿ ਜੋ 5ਵਾਂ ਵੇਦ ਮੰਨਿਆ ਜਾਂਦਾ ਹੈ, ਕਿਸ ਨੂੰ ਮੰਨਿਆ ਜਾਂਦਾ ਹੈ? ਨਾਟਕ ਨੂੰ। ਕਿਉਂ ਮੰਨਿਆ ਜਾਂਦਾ ਹੈ? ਇਸ ਦੇ ਨਾਲ ਸੰਬੰਧਿਤ ਇੱਕ ਸਟੋਰੀ ਹੈ, ਕਹਾਣੀ ਆਪਾਂ ਸੰਖੇਪ ਜੀ ਕਰਦੇ ਹਾਂ, ਜਿਹਦੇ ਨਾਲ ਤੁਹਾਨੂੰ ਪਤਾ ਜੇ ਲੱਗ ਜੂਗਾ ਨਾ। ਤਾਂ ਇੱਕ ਮਿੱਥ ਹੈ ਇਹਦੇ ਨਾਲ ਕਿ ਜੋ ਲੋਕ ਸੀ ਉਹਨਾਂ ਨੇ ਬ੍ਰਹਮਾ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਹੋ ਜਿਹਾ ਤੁਸੀਂ ਵੇਦ ਕੱਢੋ, ਠੀਕ ਹੈ, ਕੋਈ ਇਹੋ ਜਿਹਾ ਵੇਦ ਬਣਾਓ ਜਿਸ ਦੇ ਵਿੱਚ ਸਾਰੇ ਲੋਕ ਇਕੱਠੇ ਮਨੋਰੰਜਨ ਕਰ ਸਕਣ, ਜਿਹਦੇ ਵਿੱਚ ਕੋਈ ਜਾਤ ਪਾਤ ਕਿਸੇ ਚੀਜ਼ ਦਾ ਕੋਈ ਵੀ ਵਿਤਕਰਾ ਕਿਸੇ ਦੇ ਵਿੱਚ ਨਾ ਹੋਵੇ, ਠੀਕ ਹੈ। ਤਾਂ ਇਸ ਲੋੜ ਨੂੰ ਮੁੱਖ ਰੱਖ ਕੇ ਬ੍ਰਹਮਾ ਨੇ ਕੀ ਕੀਤਾ ਉਹ ਆਪਾਂ ਦੇਖਦੇ ਹਾਂ। ਰਿਗਵੇਦ ਦੇ ਵਿੱਚੋਂ ਕਹਾਣੀ ਲਈ, ਸਾਮਵੇਦ ਵਿੱਚੋਂ ਸੰਗੀਤ ਲਿਆ, ਯਜੁਰਵੇਦ ਦੇ ਵਿੱਚੋਂ ਐਕਟਿੰਗ ਲਈ, ਅਥਰਵਵੇਦ ਦੇ ਵਿੱਚੋਂ ਰਸ ਲਿਆ। ਕਹਾਣੀ ਮਤਲਬ ਜੋ ਕਨਵਰਸੇਸ਼ਨ ਹੁੰਦੀ ਹੈ, ਵਾਰਤਾਲਾਪ ਹੁੰਦੇ ਆ ਉਹ ਸਾਰੇ, ਠੀਕ ਹੈ। ਤਾਂ ਇਹਨਾਂ ਨੂੰ ਮਿਲਾ ਕੇ ਬਣਾਤਾ 5ਵਾਂ ਵੇਦ, ਜਿਹਨੂੰ ਕੀ ਕਿਹਾ ਜਾਂਦਾ ਹੈ? ਨਾਟਯ ਜਾਂ ਫਿਰ ਨਾਟਕ। ਇਸ ਤੋਂ ਬਾਅਦ ਕਰੀਏ ਜੀ ਕਾਵ ਕਲਾ ਦੇ ਭੇਦ। ਕਾਵ ਕਲਾ ਦੇ 2 ਹੀ ਭੇਦ ਮੰਨੇ ਜਾਂਦੇ ਆ। ਆਲੋਚਨਾ ਸ਼ਾਸਤਰ ਦੇ ਪੱਖੋਂ 2 ਭੇਦ ਮੰਨੇ ਜਾਂਦੇ ਆ, ਸ਼ਰਵ ਕਾਵ ਅਤੇ ਦ੍ਰਿਸ਼ ਕਾਵ। ਸ਼ਰਵ ਮਤਲਬ ਸਿਰਫ ਸੁਣਨ ਵਾਲਾ, ਦ੍ਰਿਸ਼ ਦੇ ਵਿੱਚ ਸੁਣ ਵੀ ਸਕਦੇ ਹਾਂ ਅਤੇ ਦੇਖ ਵੀ ਸਕਦੇ ਹਾਂ। ਅਤੇ ਨਾਟਕ ਕਿਹਦੇ ਵਿੱਚ ਆਉਂਦਾ ਜੀ? ਦ੍ਰਿਸ਼ ਕਾਵ ਦੇ ਵਿੱਚ। ਇਹ ਚੰਗੀ ਤਰ੍ਹਾਂ ਕਰ ਲਿਓ ਇਹ ਪ੍ਰਸ਼ਨ। ਇਸ ਤੋਂ ਬਾਅਦ ਆਪਾਂ ਗੱਲ ਕਰੀ ਸੀਗੀ ਨਾਟਯ ਦੀ, ਹੈ ਨਾ। ਤਾਂ ਨਾਟਯ ਸ਼ਾਸਤਰ ਇੱਕ ਰਚਨਾ ਹੈ, ਕਿਸ ਦੀ ਹੈ, ਕਿਸ ਦੀ ਪੁਸਤਕ ਹੈ, ਕਿਸ ਦਾ ਗ੍ਰੰਥ ਹੈ? ਭਰਤ ਮੁਨੀ ਦਾ, ਪ੍ਰਸਿੱਧ ਆਚਾਰੀਆ ਭਰਤ ਮੁਨੀ। ਕਦੋਂ ਇਹਨਾਂ ਨੇ ਰਚਿਆ ਸੀ ਇਹ ਗ੍ਰੰਥ? 1 ਸਦੀ ਪੂਰਵ ਈਸਵੀ ਦੇ ਵਿੱਚ।
ਜੇ ਗੱਲ ਕਰੀਏ ਪੁਰਾਤਨ ਨਾਟਕ ਦੀ ਤਾਂ ਪੁਰਾਤਨ ਨਾਟਕ ਸਾਨੂੰ ਮਿਲਦੇ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ, ਤੇ ਇਹਦੇ ਵਿੱਚ ਸ਼੍ਰੋਮਣੀ ਨਾਟਕਕਾਰ ਕਿਹੜਾ ਗਾ ਸਭ ਤੋਂ ਅੱਗੇ ਕਿਹੜਾ ਹੁੰਦਾ, ਉਹ ਹੈ ਜੀ ਕਾਲੀਦਾਸ। ਸ਼੍ਰੋਮਣੀ ਨਾਟਕਕਾਰ ਮੰਨਿਆ ਜਾਂਦਾ ਹੈ ਕਾਲੀਦਾਸ ਨੂੰ। ਠੀਕ ਹੈ, ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਪ੍ਰਤੀਰੂਪਕ ਗਲਪ। ਪ੍ਰਤੀਰੂਪਕ ਗਲਪ ਕਿਸ ਨੂੰ ਕਿਹਾ ਜਾਂਦਾ ਹੈ, ਉਹ ਕਿਹਾ ਜਾਂਦਾ ਜੀ ਨਾਟਕ ਨੂੰ। ਅਰਸਤੂ ਦੀ ਜਿਹੜੀ ਰਚਨਾ ਹੈਗੀ ਕਾਵ ਸ਼ਾਸਤਰ, ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਪੋਇਟਿਕਸ ਕਹਿੰਦੇ ਹਾਂ, ਇਹ ਕਾਫੀ ਇੰਪੋਰਟੈਂਟ ਹੈ ਨਾਟਯ ਸ਼ਾਸਤਰ ਦੇ ਵਾਂਗੂ ਨਾਟਕ ਦੇ ਲਈ। ਇਹ ਯਾਦ ਰੱਖ ਲੈਣੀ ਤੁਸੀਂ, ਕਾਵ ਸ਼ਾਸਤਰ ਕਿਸ ਦੀ ਪੁਸਤਕ ਹੈ ਤੇ ਨਾਟਯ ਸ਼ਾਸਤਰ ਕਿਸ ਦੀ ਹੈ। ਇਸ ਦੇ ਅਨੁਸਾਰ ਜੋ ਤੱਤ ਨੇ, ਕਿਹੜੇ ਕਿਹੜੇ ਤੱਤ ਮੰਨੇ ਉਹਨੇ ਅਰਸਤੂ ਨੇ, ਤਾਂ ਉਸ ਦੇ ਵਿੱਚ ਗੋਂਦ, ਪਲਾਟ ਕਥਾਨਕ ਕਹਿੰਦੇ ਜਿਹਨੂੰ ਆਪਾਂ, ਪਾਤਰ, ਵਿਚਾਰ, ਵਾਰਤਾਲਾਪ, ਦ੍ਰਿਸ਼, ਸੰਗੀਤ। ਇਸ ਦੇ ਵਿੱਚੋਂ ਜੋ ਗੋਂਦ ਹੈ ਇਸ ਨੂੰ ਉਹਨੇ ਮੇਨ ਮੰਨਿਆ, ਠੀਕ ਹੈ, ਆਤਮਾ ਮੰਨਿਆ, ਸਭ ਤੋਂ ਜ਼ਰੂਰੀ ਮੰਨਿਆ। ਇਸ ਤੋਂ ਬਾਅਦ ਜੇ ਆਪਾਂ ਵੈਸੇ ਗੱਲ ਕਰੀਏ ਕਿ ਵੈਸੇ ਕਿਹੜੇ ਕਿਹੜੇ ਤੱਤ ਪਾਏ ਜਾਂਦੇ ਨੇ ਨਾਟਕ ਦੇ ਵਿੱਚ, ਤਾਂ ਉਹ ਸਾਰੇ ਨੇ ਕਥਾ, ਨੇਤਾ, ਰਸ, ਰੰਗਮੰਚ, ਸੰਵਾਦ, ਕਾਲ, ਉਦੇਸ਼, ਭਾਸ਼ਾ ਸ਼ੈਲੀ, ਠੀਕ ਹੈ, ਤੇ ਰੰਗਮੰਚ ਤੁਹਾਨੂੰ ਪਤਾ ਹੀ ਹੈ ਸਭ ਤੋਂ ਇੰਪੋਰਟੈਂਟ, ਇਹ ਵੀ ਮੰਨਿਆ ਜਾਂਦਾ ਹੈ। ਇਹਦੇ ਵਿੱਚ ਕੀ ਹੈ, ਇਹ 'ਚ ਤੁਸੀਂ ਯਾਦ ਰੱਖਣਾ ਜੋ ਕਥਾ, ਨੇਤਾ ਤੇ ਰਸ, ਇਹ ਤਿੰਨੇ ਜਿਹੜੇ ਤੱਤ ਆ ਉਹ ਕੌਣ ਮੰਨਦਾ ਹੈ, ਆਚਾਰੀਆ ਧਨੰਜੈ। ਠੀਕ ਹੈ, ਧਨੰਜੈ ਦਾ ਨਾਮ ਯਾਦ ਰੱਖਣਾ, ਉਹ ਮੰਨਦਾ ਹੈ ਤਿੰਨ ਤੱਤਾਂ ਨੂੰ। ਬਾਕੀ ਸਾਰੇ ਤੱਤ ਵੀ ਜ਼ਰੂਰੀ ਨੇ ਕਾਹਦੇ ਲਈ, ਨਾਟਕ ਦੇ ਲਈ। ਇਸ ਵਾਰ ਆਪਾਂ ਗੱਲ ਕਰਾਂਗੇ ਕਥਾਨਕ ਦੀ। ਕਥਾਨਕ ਜਿਸ ਦੇ ਵਿੱਚ ਸਾਰੀ ਕਹਾਣੀ ਹੁੰਦੀ ਹੈ, ਕਥਾ ਵਸਤੂ ਹੁੰਦੀ ਹੈ, ਤਾਂ ਉਹ ਤਿੰਨ ਪ੍ਰਕਾਰ ਦਾ ਮੰਨਿਆ ਜਾਂਦਾ। ਕਿਹੜਾ ਕਿਹੜਾ, ਦੰਦ ਕਥਾ ਮੂਲਕ, ਕਲਪਨਾ ਮੂਲਕ, ਇਤਿਹਾਸ ਮੂਲਕ। ਠੀਕ ਹੈ, ਦੰਦ ਕਥਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਕਥਾ ਲਈ ਜਾਂਦੀ ਹੈ ਨਾ ਪੁਰਾਤਨ। ਕਲਪਨਾ ਦੇ ਵਿੱਚ ਸਿਰਫ ਕਲਪਨਾ ਆਧਾਰਿਤ ਸਾਡੀ ਜੋ ਕੁਝ ਸੋਚਦੇ ਹਾਂ ਉਹ ਹੁੰਦਾ, ਤੇ ਇਤਿਹਾਸ ਮੂਲਕ, ਇਤਿਹਾਸ ਦੇ ਵਿੱਚੋਂ ਕੋਈ ਘਟਨਾ। ਠੀਕ ਹੈ, ਇਸ ਤੋਂ ਅੱਗੇ ਕਰਦੇ ਹਾਂ ਜੀ ਆਪਾਂ ਨਾਟਕ ਦੇ ਭਾਗ ਕਿੰਨੇ ਮੰਨੇ ਜਾਂਦੇ ਆ, ਇਹ ਤੁਸੀਂ ਧਿਆਨ ਨਾਲ ਸੁਣ ਲੈਣਾ। ਠੀਕ ਹੈ, ਬੋਰ ਨਹੀਂ ਹੋਣਾ। ਭਾਗ ਕਿੰਨੇ ਮੰਨੇ ਜਾਂਦੇ ਨੇ, 5 ਭਾਗ ਮੰਨੇ ਜਾਂਦੇ ਨੇ। ਪਹਿਲਾ ਆਰੰਭ ਘਟਨਾ, ਕਾਰਜ ਵਿਕਾਸ, ਸ਼ਿਖਰ, ਉਤਾਰ ਤੇ ਅੰਤਿਮ ਫਲ। ਇਹ ਐਕਸਪਲੇਨ ਕਰਨ ਦੀ ਮੈਨੂੰ ਲੱਗਦਾ ਜ਼ਰੂਰਤ ਹੈ ਨਹੀਂ ਗੀ। ਆਰੰਭ ਤੁਹਾਨੂੰ ਪਤਾ ਹੈ, ਕਾਰਜ ਵਿਕਾਸ ਅੱਗੇ ਵਧਣਾ, ਸ਼ਿਖਰ ਜਦੋਂ ਕਹਾਣੀ ਜਮਾ ਸ਼ਿਖਰ 'ਤੇ ਪਹੁੰਚ ਜਾਂਦੀ ਹੈ, ਠੀਕ ਹੈ, ਟਵਿਸਟ ਹੁੰਦਾ ਕਹਾਣੀ 'ਚ। ਉਤਾਰ ਮਤਲਬ ਸਾਰੀਆਂ ਗੁੰਝਲਾਂ ਖੁੱਲ੍ਹ ਜਾਂਦੀਆਂ, ਸਮਝ ਆਉਣ ਲੱਗ ਜਾਂਦੀ ਹੈ, ਅਤੇ ਐਂਡ ਦੇ ਵਿੱਚ ਜੋ ਵੀ ਚਾਹੁੰਦਾ ਗਾ ਨਾਟਕਕਾਰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਾ ਉਹ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਪਾਤਰਾਂ ਦੀ। ਇਹ ਵੀ ਤੁਸੀਂ ਜਾਣਦੇ ਹੋ, 2 ਤਰ੍ਹਾਂ ਦੇ ਪਾਤਰ ਹੁੰਦੇ ਆ, ਚਪਟੇ ਤੇ ਗੋਲ ਪਾਤਰ। ਠੀਕ ਹੈ ਜੀ, ਜੋ ਚਪਟੇ ਪਾਤਰ ਨੇ ਉਹ ਖੜੋਤ ਨੂੰ ਦਰਸਾਉਂਦੇ ਨੇ, ਤੇ ਜੋ ਗੋਲ ਨੇ ਉਹ ਗਤੀ ਨੂੰ। ਅਗਲਾ ਪ੍ਰਸ਼ਨ ਹੈ ਜੀ, ਰੰਗਮੰਚ ਉੱਤੇ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ। ਠੀਕ ਹੈ, ਨਵੇਂ ਤੱਤ ਕਿਹੜੇ ਸ਼ਾਮਿਲ ਕਰਦੇ ਆ ਰੰਗਮੰਚ ਦੇ ਵਿੱਚ, ਉਹ ਹੈ ਰੌਸ਼ਨੀ, ਸੰਗੀਤ ਤੇ ਆਵਾਜ਼। 3 ਚੀਜ਼ਾਂ ਹੋਣੀਆਂ ਜ਼ਰੂਰੀ ਆ। ਇਸ ਤੋਂ ਬਾਅਦ ਆਪਾਂ ਦੇਖਾਂਗੇ 1880 ਦੇ ਵਿੱਚ ਸਟਾਰਟ ਹੋਇਆ ਸੀਗਾ ਨਾਟਕ ਪੰਜਾਬ ਦੇ ਵਿੱਚ। ਕਿਹਨੇ ਕੀਤਾ ਸੀ ਸਟਾਰਟ, ਸ਼ੁਰੂ ਕਿਸਨੇ ਕੀਤਾ ਸੀ, ਪਾਰਸੀ ਥੀਏਟਰੀਕਲ ਕੰਪਨੀਆਂ ਨੇ। ਪਰ ਇਹਨਾਂ ਦਾ ਜਿਹੜਾ ਉਦੇਸ਼ ਸੀ ਉਹ ਕੋਈ ਕਲਾ ਮੂਲਕ ਉਦੇਸ਼ ਨਹੀਂ ਸੀਗਾ, ਨਾਟਕ ਦੀ ਕਲਾ ਨੂੰ ਪ੍ਰਦਰਸ਼ਿਤ ਕਰਨਾ ਨਹੀਂ ਸੀ। ਠੀਕ ਹੈ, ਇਹਨਾਂ ਦਾ ਸਿਰਫ ਆਪਣਾ ਮੰਤਵ ਸੀ, ਵਪਾਰਕ ਮੰਤਵ, ਤੇ ਨਾਲ ਦੀ ਨਾਲ ਸਿਰਫ ਆਪਣੇ ਧਰਮ ਦਾ। ਇਸ ਤੋਂ ਬਾਅਦ ਜੋ ਪਹਿਲਾ ਪੰਜਾਬੀ ਦਾ ਨਾਟਕ ਆਇਆ ਉਹ ਆਇਆ ਜੀ ਸੁਪਨ ਨਾਟਕ 1886 ਦੇ ਵਿੱਚ। ਕਿਹਦਾ ਲਿਖਿਆ ਹੋਇਆ, ਗਿਆਨੀ ਦਿੱਤ ਸਿੰਘ ਜੀ ਦਾ। ਇਸ ਤੋਂ ਬਾਅਦ ਇਹਨਾਂ ਦਾ ਇੱਕ ਹੋਰ ਆਇਆ ਰਾਜਾ ਪ੍ਰਬੋਧ ਨਾਟਕ 1890 ਦੇ ਵਿੱਚ। ਠੀਕ ਹੈ, ਪਹਿਲੀ ਵਾਰ ਲਿਖਿਆ ਗਿਆ ਸੀ ਪੰਜਾਬੀ ਦੇ ਵਿੱਚ, ਪਰ ਇਹਨੂੰ ਆਪਾਂ ਮੌਲਿਕ ਨਹੀਂ ਕਹਿਣਾ ਕਿਉਂਕਿ ਇਸ ਦੇ ਵਿੱਚ ਬਹੁਤ ਊਣਤਾਈਆਂ ਸੀਗੀਆਂ। ਬਾਕੀ ਇਹ ਸਿਰਫ ਸੁਧਾਰਵਾਦੀ ਆਸ਼ੇ ਨਾਲ ਹੀ ਲਿਖੇ ਗਏ ਸੀ। ਇਹ ਨਾਟਕ ਇੱਕ ਦੂਜੇ ਦੇ ਵਿਰੋਧੀ ਲਿਖੇ ਗਏ ਸੀ, ਇਸ ਕਰਕੇ ਆਪਾਂ ਇਹਨਾਂ ਨੂੰ ਮੰਨ ਨਹੀਂ ਸਕਦੇ ਮੌਲਿਕ ਨਾਟਕ। ਤੇ ਕਾਵ ਦੇ ਜ਼ਿਆਦਾ ਨੇੜੇ ਸੀ, ਬਿਰਤਾਂਤ ਨਾਲੋਂ ਕਾਵ ਦੇ ਨੇੜੇ ਸੀ, ਗਦ ਦੇ ਨਾਲੋਂ ਕਾਵ ਦੇ ਨੇੜੇ ਸੀ। ਇਸ ਤੋਂ ਬਾਅਦ ਪੰਜਾਬੀ ਨਾਟਕ ਦਾ ਆਰੰਭ ਕਿਹਦੇ ਨਾਲ ਹੁੰਦਾ ਜੀ, ਇੱਥੇ ਆਪਾਂ ਗੱਲ ਕਰਦੇ ਹਾਂ ਮੌਲਿਕ ਦੀ। ਪੰਜਾਬੀ ਨਾਟਕ ਦਾ ਆਰੰਭ ਹੁੰਦਾ I.C. ਨੰਦਾ, ਈਸ਼ਵਰ ਚੰਦਰ ਨੰਦਾ ਦੇ ਨਾਲ, ਤੇ ਉਹਨਾਂ ਦੀ ਪਹਿਲੀ ਇਕਾਂਗੀ ਦੁਲਹਨ ਦੇ ਨਾਲ। ਠੀਕ ਹੈ, ਉਹ ਇਕਾਂਗੀ ਸੀ ਪਰ ਆਪਾਂ ਨਾਟਕ ਦਾ ਆਰੰਭ ਹੀ ਮੰਨਦੇ ਹਾਂ ਉਹਨਾਂ ਦੀ ਰਚਨਾ ਦੇ ਨਾਲ 1913 ਦੇ ਵਿੱਚ।
ਇਹਨਾਂ ਨੇ ਭੇਜੀ ਸੀਗੀ ਆਪਣੀ ਇਕਾਂਗੀ ਕੰਪੀਟੀਸ਼ਨ ਦੇ ਵਿੱਚ। ਕੰਪੀਟੀਸ਼ਨ ਸਟਾਰਟ ਹੋਏ ਸੀ 1912 ਦੇ ਵਿੱਚ ਸਟਾਰਟ ਕੀਤੇ ਸੀ ਨੋਰਾ ਰਿਚਰਡਸ ਨੇ ਦਿਆਲ ਸਿੰਘ ਕਾਲਜ ਲਾਹੌਰ ਦੇ ਵਿੱਚ। ਅਤੇ ਜਿਹੜਾ ਪਹਿਲਾ ਕੰਪੀਟੀਸ਼ਨ ਹੋਇਆ ਸੀ ਉਹ 1912 ਦੇ ਵਿੱਚ ਹੋਇਆ ਸੀ। ਅਤੇ ਉਸ ਤੋਂ ਬਾਅਦ 1913 ਵਾਲੇ 'ਚ ਭੇਜੀ ਸੀਗੀ ਦੁਲਹਨ ਇਕਾਂਗੀ, ਸੁਹਾਗ ਵੀ ਕਹਿ ਦਿੰਦੇ ਹਾਂ, ਅਤੇ ਫਸਟ ਆਈ ਸੀ। ਠੀਕ ਹੈ ਜੀ। ਪਰ ਰੰਗਮੰਚ ਇਹਦਾ 1914 ਦੇ ਵਿੱਚ ਹੋਇਆ ਸੀਗਾ, ਇਹ ਤੁਸੀਂ ਯਾਦ ਰੱਖਣਾ। ਤਾਂ ਜੋ ਨੋਰਾ ਰਿਚਰਡਸ ਹੈ, ਆਇਰਲੈਂਡ ਦੇ ਰਹਿਣ ਵਾਲੇ ਸੀ ਇਹ। ਇਹਨਾਂ ਨੂੰ ਕਿਹਾ ਜਾਂਦਾ ਹੈ ਪੰਜਾਬੀ ਨਾਟਕ ਦੀ ਨਕੜਦਾਦੀ। ਅਤੇ ਇਹ ਕਥਨ ਕਿਸ ਨੇ ਦਿੱਤਾ ਸੀ? ਬਲਵੰਤ ਗਾਰਗੀ ਨੇ। ਨਾਲ ਹੀ ਇਹਨਾਂ ਨੂੰ ਕਿਹਾ ਜਾਂਦਾ ਪੰਜਾਬ ਦੀ ਲੇਡੀ ਗ੍ਰੈਗਰੀ, ਕਿਉਂਕਿ ਲੇਡੀ ਗ੍ਰੈਗਰੀ ਦੇ ਇਹਨਾਂ ਨੇ ਨਾਟਕ ਖੇਡੇ ਸੀ ਪੰਜਾਬ ਦੇ ਵਿੱਚ, ਇਸ ਕਰਕੇ ਇਹਨਾਂ ਨੂੰ ਵੀ ਇਹਨਾਂ ਦੋਹਾਂ ਨਾਮਾਂ ਨਾਲ ਜਾਣਿਆ ਜਾਣ ਲੱਗ ਪਿਆ। ਇਸ ਤੋਂ ਬਾਅਦ ਗੱਲ ਕਰਾਂਗੇ ਪਹਿਲੇ ਅਨੁਵਾਦਿਤ ਨਾਟਕ ਦੀ। ਤਾਂ ਉਹ ਹੈ ਸ਼ਕੁੰਤਲਾ। ਜੋ ਚਰਨ ਸਿੰਘ ਸੀਗੇ, ਚਰਨ ਸਿੰਘ ਕੌਣ? ਭਾਈ ਵੀਰ ਸਿੰਘ ਜੀ ਦੇ ਪਿਤਾ। ਉਹਨਾਂ ਨੇ ਅਨੁਵਾਦ ਕੀਤਾ ਸੀ ਸ਼ਕੁੰਤਲਾ ਨਾਟਕ ਦਾ ਪੰਜਾਬੀ ਦੇ ਵਿੱਚ। ਇਸ ਤੋਂ ਬਾਅਦ ਜੇ ਗੱਲ ਕਰੀਏ ਪੰਜਾਬੀ ਨਾਟਕ ਦੇ ਕੇਂਦਰ ਦੀ, ਤਾਂ ਉਹ ਰਿਹਾ ਜੀ ਲਾਹੌਰ। ਕਿਉਂ ਲਾਹੌਰ ਰਿਹਾ? ਕਿਉਂਕਿ ਜੋ ਦਿਆਲ ਸਿੰਘ ਕਾਲਜ ਸੀ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਆਪਣੇ ਨਾਟਕਕਾਰ ਹੋਏ ਆ ਉੱਥੇ ਵਿਦਿਆਰਥੀ ਸੀਗੇ, ਪੜ੍ਹਦੇ ਸੀ ਉੱਥੇ, ਅਤੇ ਉਹਨਾਂ ਨੇ ਇਸ ਵਿਧਾ ਨੂੰ ਅਪਣਾਇਆ ਅਤੇ ਜ਼ਿਆਦਾਤਰ ਰਚਨਾ ਉਹਨਾਂ ਦੁਆਰਾ ਕੀਤੀ ਗਈ। ਇਸ ਕਰਕੇ ਮੇਨ ਕੇਂਦਰ ਰਿਹਾ ਲਾਹੌਰ। ਉੱਥੇ ਹੀ ਪਹਿਲੀ ਵਾਰ ਰੰਗਮੰਚ ਹੋਇਆ, ਉੱਥੇ ਹੀ ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਨਾਟਕ ਦਾ ਪਸਾਰਾ ਸੀ ਉਹ ਵੱਧਦਾ ਗਿਆ। ਜੋ ਯਥਾਰਥਵਾਦੀ ਨਾਟਕ ਸੀਗੇ ਉਹਨਾਂ ਦੀ ਪਰੰਪਰਾ ਤਾਂ ਤੋਰੀ ਸੀ ਨੋਰਾ ਰਿਚਰਡਸ ਨੇ, ਉਸ ਤੋਂ ਬਾਅਦ ਕਾਇਮ ਰੱਖੀ ਈਸ਼ਵਰ ਚੰਦਰ ਨੰਦਾ ਨੇ, ਅਤੇ ਸਭ ਤੋਂ ਵੱਧ ਨਿਖਾਰ ਲਿਆਂਦਾ ਫਿਰ ਜਾ ਕੇ ਹਰਚਰਨ ਸਿੰਘ ਨੇ। ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਜੀ। ਪਹਿਲੀ ਰੰਗਮੰਚ ਸਭਾ, ਇਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ, ਧਿਆਨ ਨਾਲ ਕਰ ਲਿਓ। ਪਹਿਲੀ ਰੰਗਮੰਚ ਸਭਾ ਕੀ ਜਿਹੜੀ ਉਹ ਸੀ ਜੀ ਸਰਸਵਤੀ ਸਟੇਜ ਸੁਸਾਇਟੀ। ਇਹ ਕਿਸ ਨੇ ਬਣਾਈ ਸੀ? ਨੋਰਾ ਰਿਚਰਡਸ ਨੇ। ਅਤੇ ਹੈਲਪ ਕਿਹਨੇ ਕੀਤੀ ਸੀ ਉਹਨਾਂ ਦੀ? IC ਨੰਦਾ ਨੇ। ਠੀਕ ਹੈ। ਸਰਸਵਤੀ ਸਟੇਜ ਸੁਸਾਇਟੀ ਪਹਿਲੀ ਰੰਗਮੰਚ ਸਭਾ। ਉਸ ਤੋਂ ਬਾਅਦ ਇੱਕ JC ਓਮਾਨ ਸੀ, ਇਹ ਪ੍ਰਿੰਸੀਪਲ ਬਣੇ ਸੀਗੇ ਖਾਲਸਾ ਕਾਲਜ ਅੰਮ੍ਰਿਤਸਰ ਦੇ, ਪਹਿਲੇ ਪ੍ਰਿੰਸੀਪਲ ਸੀਗੇ, ਅੰਗਰੇਜ਼ ਅਧਿਕਾਰੀ ਸੀ, ਪ੍ਰੋਫੈਸਰ ਸੀ। ਇਹਨਾਂ ਦੀ ਕਿਤਾਬ ਸਾਨੂੰ ਮਿਲਦੀ ਆ ਕਲਟਸ ਕਸਟਮਸ ਐਂਡ ਸੁਪਰਸਟੀਸ਼ਨਸ ਆਫ ਇੰਡੀਆ। ਇਹਦੇ ਵਿੱਚ ਇਹਨਾਂ ਨੇ ਪਹਿਲੀ ਵਾਰ ਜ਼ਿਕਰ ਕੀਤਾ ਸੀ ਪੰਜਾਬੀ ਰੰਗਮੰਚ ਦਾ, ਅਤੇ ਇਹਨਾਂ ਨੇ 5 ਜਿਹੜੇ ਨਾਟਕ ਆ ਉਹ ਦੱਸੇ ਸੀਗੇ। ਕਿਹੜੇ ਕਿਹੜੇ? ਅਲਾਦੀਨ ਦਾ ਲੈਂਪ, ਇੰਦਰ ਸਭਾ, ਪ੍ਰਹਿਲਾਦ ਭਗਤ, ਪੂਰਨ ਭਗਤ ਅਤੇ ਸ਼ਰਾਬ ਕੌਰ। ਇਹਨਾਂ ਨੇ ਕੱਲੀ ਕੱਲੀ ਚੀਜ਼, ਹਰ ਇੱਕ ਡਿਟੇਲ ਲਿਖੀ ਸੀ ਪੰਜਾਬੀ ਰੰਗਮੰਚ ਅਤੇ ਨਾਟਕ ਬਾਰੇ, ਉਸ ਸਮੇਂ ਦੇ ਬਾਰੇ। ਠੀਕ ਹੈ। ਬਹੁਤ ਕਰੜੀ ਆਲੋਚਨਾ ਕੀਤੀ ਸੀ, ਇੱਥੋਂ ਤੱਕ ਕਿ ਟਿਕਟ ਦਾ ਰੇਟ ਕਿਹੋ ਜਿਹਾ ਸੀ, ਬੈਠਣ ਦਾ ਅਰੇਂਜਮੈਂਟ ਕਿਹੋ ਜਿਹਾ ਸੀ, ਹਰ ਇੱਕ ਚੀਜ਼ ਇਹਨਾਂ ਨੇ ਸ਼ਾਮਿਲ ਕੀਤੀ ਸੀ। ਪਰ ਆਲੋਚਨਾ ਕਿਹਨਾਂ ਦੀ ਕੀਤੀ? ਇਹਨਾਂ ਚਾਰਾਂ ਦੀ। ਅਤੇ ਇਹਨਾਂ ਨੂੰ ਪਸੰਦ ਸਿਰਫ ਇੱਕ ਹੀ ਆਇਆ ਸੀ, ਮਖਮੂਰ ਚੰਦ ਦਾ ਸ਼ਰਾਬ ਕੌਰ। ਇਹ ਇਹਨਾਂ ਨੂੰ ਪਸੰਦ ਆਇਆ ਸੀ, ਅਤੇ ਇਹਨਾਂ ਨੇ ਲਿਖਿਆ ਕਿ ਸ਼ਰਾਬ ਪੀਣ ਵਾਲਿਆਂ ਦੇ ਉੱਪਰ, ਜਾਂ ਜੋ ਸ਼ਰਾਬ ਪੀਣ ਦੀ ਬੁਰਾਈ ਹੈ ਉਸ ਦੇ ਉੱਪਰ ਕਰੜਾ ਵਿਅੰਗ ਹੈ ਇਸ ਦੇ ਵਿੱਚ, ਸ਼ਰਾਬ ਕੌਰ ਦੇ ਵਿੱਚ, ਅਤੇ ਇਹਨਾਂ ਨੇ ਇਹੀ ਪਸੰਦ ਕੀਤਾ ਸੀ। ਇਹ ਕਿਤਾਬ ਦਾ ਨਾਮ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ, ਜਿਸ ਦੇ ਵਿੱਚ ਸਭ ਤੋਂ ਪਹਿਲੀ ਵਾਰ ਪੰਜਾਬੀ ਨਾਟਕ ਦੀ ਜਾਣਕਾਰੀ ਸਾਨੂੰ ਮਿਲਦੀ ਆ। ਜੋ ਇੰਦਰ ਸਭਾ ਇਹ ਸਭ ਤੋਂ ਜ਼ਿਆਦਾ ਖੇਡਿਆ ਜਾਣ ਵਾਲਾ ਸੀ, ਇਹ ਵੀ ਪੁੱਛ ਸਕਦੇ ਨੇ ਕਈ ਵਾਰੀ, ਇਹ ਚੰਗੀ ਤਰ੍ਹਾਂ ਕਰ ਲਿਓ। ਅਤੇ ਇਹ ਤੋਂ ਬਾਅਦ 'ਚ ਫਿਲਮ ਵੀ ਬਣੀ ਸੀ 1932 ਦੇ ਵਿੱਚ, ਜਿਹੜੀ ਦਾ ਵਰਲਡ ਰਿਕਾਰਡ ਆ ਹਜੇ ਤੱਕ, ਕਿ ਇਹ ਜਿਹੜੀ ਫਿਲਮ ਬਣੀ ਸੀ ਨਾ, ਇਸ ਦੇ ਵਿੱਚ ਸਭ ਤੋਂ ਜ਼ਿਆਦਾ ਗਾਣਿਆਂ ਵਾਲੀ ਫਿਲਮ ਬਣੀ ਸੀ ਇੰਦਰ ਸਭਾ 1932 ਦੇ ਵਿੱਚ। ਠੀਕ ਹੈ ਜੀ। ਚਲੋ ਟੌਪਿਕ 'ਤੇ ਆਉਂਦੇ ਹਾਂ। ਇਸ ਤੋਂ ਬਾਅਦ ਕਾਵਨਾਟ ਦੀ ਜਿਹੜੀ ਪਰੰਪਰਾ ਹੈ ਉਹ ਕਿਹਨਾਂ ਨੇ ਪਾਈ ਸੀ? ਤਾਂ ਕਾਵਨਾਟ ਦੀ ਪਰੰਪਰਾ ਸਾਡੇ ਬਾਬਾ ਬੋੜ ਸੰਤ ਸਿੰਘ ਸੇਖੋਂ ਨੇ, ਜਿਨ੍ਹਾਂ ਨੂੰ ਪਹਿਲਾ ਪ੍ਰਗਤੀਵਾਦੀ ਨਾਟਕਕਾਰ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਕਰਾਂਗੇ ਪ੍ਰਵਿਰਤੀਆਂ। ਕਿਹੜੀਆਂ ਕਿਹੜੀਆਂ ਪ੍ਰਵਿਰਤੀਆਂ ਪਾਈਆਂ ਜਾਂਦੀਆਂ ਪੰਜਾਬੀ ਨਾਟਕ 'ਚ? ਅਨੁਵਾਦ ਕਰਨ ਦੀ, ਠੀਕ ਹੈ, ਕਿਸੇ ਹੋਰ ਭਾਸ਼ਾ ਤੋਂ ਪੰਜਾਬੀ ਦੇ ਵਿੱਚ ਉਲੱਥਾ, ਸੁਧਾਰਵਾਦੀ, ਜੋ ਧਰਮ ਦੇ ਵਿੱਚ ਗਿਰਾਵਟ ਆ ਰਹੀਆਂ ਸੀ ਉਹਨਾਂ ਪ੍ਰਤੀ, ਇਤਿਹਾਸਿਕ, ਕੋਈ ਇਤਿਹਾਸਿਕ ਟੌਪਿਕ, ਧਾਰਮਿਕ ਤੁਹਾਨੂੰ ਪਤਾ ਹੀ ਹੈ, ਸਮਾਜਵਾਦੀ, ਜਿਹਨੂੰ ਆਪਾਂ ਪ੍ਰਗਤੀਵਾਦੀ ਵੀ ਕਹਿ ਸਕਦੇ ਹਾਂ। ਠੀਕ ਹੈ। ਰਾਜਨੀਤਿਕ ਖੇਤਰ ਨਾਲ ਸੰਬੰਧਿਤ, ਮਿਥਿਹਾਸ ਵਿਸ਼ਲੇਸ਼ਣ, ਇਹ ਨਵੀਂ ਚੀਜ਼ ਸੀ। ਮਿਥਿਹਾਸ 'ਤੇ ਆਧਾਰਿਤ ਹਰ ਇੱਕ ਭਾਸ਼ਾ ਦੇ ਸਾਹਿਤ ਦੇ ਵਿੱਚ ਮਿਲਦਾ ਸਾਨੂੰ ਮਿਥਿਹਾਸ। ਤਾਂ ਇਹਦੀ ਸ਼ੁਰੂਆਤ ਕੀਤੀ ਸੀ ਬ੍ਰਿਜ ਲਾਲ ਸ਼ਾਸਤਰੀ ਦਾ ਨਾਟਕ ਸੀ ਸਵਿਤਰੀ, ਉਹਦੇ ਨਾਲ ਸਟਾਰਟ ਹੋਇਆ ਸੀ ਇਹ। ਇਸ ਵਾਰ ਪ੍ਰਯੋਗਵਾਦੀ, ਨਵੇਂ ਨਵੇਂ ਪ੍ਰਯੋਗ ਕਰਨੇ, ਪ੍ਰਤੀਕਵਾਦੀ, ਜਿਹਨੂੰ ਆਪਾਂ ਚਿੰਨਵਾਦੀ ਵੀ ਕਹਿ ਦਿੰਦੇ ਹਾਂ, ਐਪਸਡਵਾਦੀ, ਊਲ ਜਲੂਲ ਵਾਲਾ, ਸਰਜੀਤ ਸਿੰਘ ਸੇਠੀ ਵਾਲਾ,
ਕਾਵ ਨਾਟਕ ਪ੍ਰਵਿਰਤੀ ਜਿਹੜੀ ਸ਼ੁਰੂ ਕੀਤੀ ਸੀ ਸਾਡੇ ਬਾਬਾ ਬੋੜ ਜੀ ਨੇ, ਸੰਤ ਸਿੰਘ ਸੇਖੋਂ ਨੇ। ਇਸ ਤੋਂ ਬਾਅਦ ਲੋਕ ਨਾਟ ਪ੍ਰਵਿਰਤੀ। ਲੋਕ ਨਾਟ ਪ੍ਰਵਿਰਤੀ ਬਹੁਤ ਜ਼ਿਆਦਾ ਜਿਹੜੇ ਅੱਜ ਕੱਲ੍ਹ ਦੇ ਰਾਈਟਰ ਆ ਉਹ ਵੀ ਯੂਜ਼ ਕਰ ਰਹੇ ਆ, ਠੀਕ ਹੈ। ਅਤੇ ਕਾਫੀ ਜਿਹੜੇ ਪ੍ਰਸਿੱਧ ਨਾਟਕਕਾਰ ਹੋਏ ਉਹਨਾਂ ਨੇ ਵੀ ਇਹ ਯੂਜ਼ ਕੀਤੀ ਆ ਲੋਕ ਨਾਟ ਪ੍ਰਵਿਰਤੀ। ਅਤੇ ਹੁਣ ਤੁਹਾਡੇ ਲਈ ਪ੍ਰਸ਼ਨ ਹੈ ਕਿ ਤੁਸੀਂ ਦੱਸਣਾ ਸਭ ਤੋਂ ਜ਼ਿਆਦਾ ਜਿਹੜਾ ਲੋਕ ਨਾਟ ਵਿਧੀਆਂ ਹੈਗੀਆਂ ਉਹ ਕਿਹਨੇ ਵਰਤੀਆਂ ਨੇ, ਕਿਹੜਾ ਨਾਟਕਕਾਰ ਹੋਇਆ ਸਭ ਤੋਂ ਜ਼ਿਆਦਾ ਵਰਤੀਆਂ ਜਿਸਨੇ। ਇੱਕ ਹੋਰ ਪ੍ਰਸ਼ਨ ਧਿਆਨ ਦੇ ਵਿੱਚ ਰੱਖ ਲਿਓ, ਪੰਜਾਬੀ ਨਾਟਕ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ। ਹੁਣ ਬਾਬਾ ਬੋੜ ਦੇ 2 ਪ੍ਰਸ਼ਨ ਹੋ ਗਏ। ਪੰਜਾਬੀ ਨਾਟਕ ਦਾ ਬਾਬਾ ਬੋੜ ਕਿਹਾ ਜਾਂਦਾ ਹੈ ਗੁਰਸ਼ਰਨ ਸਿੰਘ ਜੀ, ਠੀਕ ਹੈ, ਮੇਰੇ ਫੇਵਰੇਟ ਗੁਰਸ਼ਰਨ ਸਿੰਘ ਜੀ, ਜਿਹਨੂੰ ਆਪਾਂ ਜਾਣਦੇ ਹਾਂ ਭਾਈ ਮੰਨਾ ਜੀ ਦੇ ਨਾਮ ਨਾਲ, ਮੰਨਾ ਸਿੰਘ ਜੀ ਦੇ ਨਾਮ ਨਾਲ, ਠੀਕ ਹੈ। ਉਹਨਾਂ ਨੂੰ ਕਿਹਾ ਜਾਂਦਾ ਹੈ ਪੰਜਾਬੀ ਨਾਟਕ ਦਾ ਬਾਬਾ ਬੋੜ। ਅਤੇ ਪੰਜਾਬੀ ਸਾਹਿਤ ਦਾ ਬਾਬਾ ਬੋੜ ਹੈ ਜੀ ਸੰਤ ਸਿੰਘ ਸੇਖੋਂ। ਇਸ ਤੋਂ ਬਾਅਦ ਅਸੀਂ ਕਰਦੇ ਹਾਂ ਵਰਗੀਕਰਨ। ਵਰਗੀਕਰਨ ਕਿਹੜੇ ਆਧਾਰਾਂ 'ਤੇ ਹੁੰਦਾ ਹੈ ਨਾਟਕ ਦਾ। ਤਾਂ ਵਰਗੀਕਰਨ ਅਸੀਂ ਕਰਦੇ ਹਾਂ ਜੀ 2 ਆਧਾਰਾਂ 'ਤੇ। ਪਹਿਲਾ ਵਿਸ਼ੇ ਅਨੁਸਾਰ ਕਿ ਤੁਸੀਂ ਵਿਸ਼ਾ ਕਿਹੋ ਜਿਹਾ ਲੈ ਰਹੇ ਹੋ ਨਾਟਕ ਦਾ, ਜਿਸ ਦੇ ਅਨੁਸਾਰ ਇਸ ਦੀਆਂ 5 ਕਿਸਮਾਂ ਨੇ: ਇਤਿਹਾਸਿਕ, ਪੁਰਾਣਿਕ, ਸਮਾਜਿਕ, ਧਾਰਮਿਕ, ਰਾਜਨੀਤਿਕ। ਦੂਸਰਾ ਪ੍ਰਭਾਵ ਅਨੁਸਾਰ ਕਿ ਜਦੋਂ ਕੋਈ ਰਚਨਾ ਅਸੀਂ ਦੇਖ ਲਈ, ਰਚਨਾ ਮਤਲਬ ਨਾਟਕ ਦੇਖ ਲਿਆ ਜਾਂ ਪੜ੍ਹ ਲਿਆ, ਫਿਰ ਪ੍ਰਭਾਵ ਕਿਹੋ ਜਿਹਾ ਪੈ ਰਿਹਾ। ਦੁਖਾਂਤ ਪੈ ਰਿਹਾ, ਇਹਦੇ ਵੀ 5 ਹੀ ਨੇ, 5 ਕਿਸਮਾਂ ਨੇ। ਦੁਖਾਂਤਕ ਹੈ, ਦੁੱਖ ਹੋ ਰਿਹਾ ਸਾਨੂੰ ਪੜ੍ਹ ਕੇ, ਤਰਾਸਦੀ ਜਿਹਨੂੰ ਟ੍ਰੈਜਡੀ ਵੀ ਕਹਿ ਦਿੰਦੇ ਹਾਂ, ਠੀਕ ਹੈ। ਸੁਖਾਂਤ ਜਾਂ ਫਿਰ ਸੁਖੀ ਸਾਰੇ ਹੱਸਦੇ ਸਭ ਕੁਛ ਐਂਡ ਹੋ ਗਿਆ ਨਾ। ਹਲਕਾ ਦੁਖਾਂਤ ਮੈਲੋ ਡਰਾਮਾ, ਠੀਕ ਹੈ, ਜਿਹ 'ਚ ਨਕਲੀ ਜਿਹਾ ਲੱਗੇ ਸਾਰਾ ਕੁਛ, ਹਲਕਾ ਜਿਹਾ ਦੁਖਾਂਤ ਹੋਵੇ। ਦੁਖਾਂਤ ਸੁਖਾਂਤ ਬੈਲੈਂਸ 50-50, ਦੁੱਖ ਵੀ ਹੋਵੇ ਅਤੇ ਨਾਲ ਦੀ ਨਾਲ ਸੁੱਖ ਵੀ ਪੇਸ਼ ਕੀਤਾ, ਠੀਕ ਹੈ। ਜਿਹੜੀ ਦੁੱਖ ਵਾਲੀ ਕੜੀ ਚੱਲ ਰਹੀ ਸੀ ਉਹਨੂੰ ਹੌਲੀ ਹੌਲੀ ਅਜਿਹੇ ਤਰੀਕੇ ਨਾਲ ਢਾਲਿਆ ਜਾਂਦਾ ਕਿ ਅੰਤ ਦੇ ਵਿੱਚ ਸੁੱਖ ਹੋ ਕੇ ਨਿਬੜ ਜਾਂਦਾ ਨਾਟਕ। ਪ੍ਰਹਸਨ ਇਹ ਥੋੜ੍ਹਾ ਅਲੱਗ ਟਾਈਪ ਦਾ ਗਾ, ਜਿਹਨੂੰ ਆਪਾਂ ਹਲਕਾ ਸੁਖਾਂਤ ਕਹਿ ਦਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਜ਼ਿਆਦਾਤਰ ਜੋ ਵਰਤੀ ਜਾਂਦੀ ਹੈ ਇਹਦੇ ਵਿੱਚ ਭਾਸ਼ਾ ਉਹ ਅਲੱਗ ਹੀ ਤਰੀਕੇ ਦੀ ਹੁੰਦੀ ਹੈ, ਠੀਕ ਹੈ। ਬੇਹੂਦੀ ਜੀ ਭਾਸ਼ਾ, ਬੇਹੂਦੀਆਂ ਜਿਹੀਆਂ ਹਰਕਤਾਂ, ਕਦੇ ਹਾਸ ਰਸ, ਕਦੇ ਦੁੱਖ, ਠੀਕ ਹੈ, ਕਦੇ ਸੁੱਖ, ਮਿਲਗੋਬਾ ਜਿਹਾ ਹੋ ਜਾਂਦਾ, ਠੀਕ ਹੈ। ਹਲਕਾ ਜਿਹਾ ਸੁਖਾਂਤ ਸਾਨੂੰ ਫਿਰ ਵੀ ਦੇਖਣ ਨੂੰ ਮਿਲਦਾ ਕਿਉਂਕਿ ਹਾਸ ਰਸ ਮਿਲਦਾ ਇਸ ਦੇ ਵਿੱਚ, ਪ੍ਰਹਸਨ ਦੇ ਵਿੱਚ। ਵੈਸੇ ਤਾਂ 2 ਆਧਾਰ ਹੀ ਮੰਨੇ ਜਾਂਦੇ ਆ, ਪਰ ਅਲੱਗ-ਅਲੱਗ ਵਿਦਵਾਨਾਂ ਨੇ ਆਪਦੇ ਵਿਚਾਰ ਦਿੱਤੇ ਹਨ, ਤਾਂ ਉਹ ਵੀ ਸਾਨੂੰ ਕਰਨੇ ਹੀ ਪੈਣੇ ਆ। ਤਾਂ ਉਹਨਾਂ ਦੇ ਅਨੁਸਾਰ ਆਪਾਂ ਦੇਖੀਏ ਤਾਂ ਆਕਾਰ ਦੇ ਅਨੁਸਾਰ ਵੀ ਸਾਨੂੰ ਇਹਦੀਆਂ ਟਾਈਪਸ ਕਰਨੀਆਂ ਪੈਣਗੀਆਂ, ਤਕਨੀਕ ਦੇ ਅਨੁਸਾਰ ਵੀ, ਅਤੇ ਜੋ ਭਾਰਤੀ ਨਾਟ ਆ ਉਸ ਦੇ ਅਨੁਸਾਰ ਵੀ। ਆਕਾਰ ਅਨੁਸਾਰ ਦੇਖੀਏ ਤਾਂ ਇੱਕ ਪਾਤਰੀ, ਬਹੁ ਪਾਤਰੀ, ਠੀਕ ਹੈ, ਜਿਹਦੇ ਵਿੱਚ ਸਿਰਫ ਇੱਕ ਹੀ ਹੋਵੇ ਪਾਤਰ ਜਾਂ ਜ਼ਿਆਦਾ ਪਾਤਰ ਹੋਣ। ਤਕਨੀਕ ਅਨੁਸਾਰ ਦੇਖੀਏ ਤਾਂ ਰੇਡੀਓ 'ਤੇ ਆਉਣ ਵਾਲੇ ਨੁੱਕੜ ਨਾਟਕ, ਠੀਕ ਹੈ, ਗਲੀ ਮੁਹੱਲਿਆਂ 'ਚ ਖੇਡੇ ਜਾਂਦੇ ਜਿਹੜੇ, ਅਤੇ ਟੈਲੀਵਿਜ਼ਨ 'ਤੇ ਆਉਣ ਵਾਲੇ। ਇਸ ਤੋਂ ਬਾਅਦ ਜੇ ਭਾਰਤੀ ਨਾਟ ਦੇਖੀਏ ਆਪਾਂ ਤਾਂ ਭਾਰਤੀ ਨਾਟ ਨੂੰ ਪ੍ਰਤੀਕ ਮੰਨਿਆ ਜਾਂਦਾ ਜੀ ਸੁਖਾਂਤਕ ਦਾ, ਠੀਕ ਹੈ, ਵੀ ਸੁਖਾਂਤ ਅੰਤ ਹੁੰਦਾ ਇਹਨਾਂ ਦਾ। ਅਤੇ ਜੋ ਯੂਨਾਨੀ ਹੈ ਉਹਨੂੰ ਮੰਨਿਆ ਜਾਂਦਾ ਦੁਖਾਂਤਕ। ਇਹ ਤੁਸੀਂ ਧਿਆਨ ਨਾਲ ਕਰ ਲੈਣਾ। ਇਸ ਤੋਂ ਬਾਅਦ ਆ ਗਏ ਦੌਰ, ਜੋ ਬਹੁਤ ਇੰਪੋਰਟੈਂਟ ਹੈ, ਠੀਕ ਹੈ, ਜਿਨ੍ਹਾਂ ਪਿੱਛੇ ਬਹੁਤ ਰੌਲਾ ਪੈਂਦਾ, ਨਹੀਂ ਆਹ ਦੌਰ, ਨਹੀਂ ਆਹ ਦੌਰ, ਠੀਕ ਹੈ। ਇਹ ਚੰਗੀ ਤਰ੍ਹਾਂ ਕਰ ਲਿਓ ਜੀ। 1913 ਤੋਂ ਪਹਿਲਾਂ ਦਾ ਦੌਰ ਮੇਨਲੀ ਇਹ ਰਿਹਾ ਅਨੁਵਾਦ 'ਤੇ, ਕੋਈ ਖਾਸ ਰਚਨਾ ਨਹੀਂ ਹੋਈ ਸੀ, ਪਰ ਸਾਰੇ ਤੱਤ ਨਹੀਂ ਮਿਲਦੇ ਸਾਨੂੰ, ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ, ਮੌਲਿਕ ਨਹੀਂ ਮੰਨ ਸਕਦੇ। 1913 ਤੋਂ ਪਹਿਲਾਂ ਵਾਲਾ, 1913 ਤੋਂ 1947 ਇਹ ਰਿਹਾ ਆਪਣਾ ਸ਼ਾਹਕਾਰ, ਬ੍ਰਿਲੀਅੰਟ ਰਿਹਾ, ਠੀਕ ਹੈ, ਜਿਹੜੇ ਵਧੀਆ ਸੀਗੇ ਸਾਰੇ ਇਹ 'ਚ ਹੋਏ ਸੀ। ਅਤੇ ਇਹਦੇ 'ਚ ਹੀ ਮਿਲਦਾ ਆਪਾਂ ਨੂੰ ਮੌਲਿਕ ਨਾਟਕ ਸਾਡਾ IC ਨੰਦਾ ਦਾ। ਇਸ ਤੋਂ ਬਾਅਦ ਤੀਸਰਾ ਦੌਰ ਹੈ 1947 ਤੋਂ 1975। ਇਸ ਦੇ ਵਿੱਚ ਵੀ ਦੂਸਰੇ ਦੌਰ ਵਾਲੇ ਸੀਗੇ ਜਿਹੜੇ ਉਹਨਾਂ ਨੇ ਰਚਨਾ ਕੀਤੀ, ਜਾਂ ਹੋਰ ਵੀ ਕਈ ਸ਼ਾਮਿਲ ਹੋਏ। ਉਸ ਤੋਂ ਬਾਅਦ ਚੌਥਾ ਜੋ ਸਾਨੂੰ ਮਿਲਦਾ ਹੈ 1975 ਤੋਂ 1990 ਤੱਕ, ਅਤੇ ਪੰਜਵਾਂ 1990 ਤੋਂ ਲੈ ਕੇ ਹੁਣ ਤੱਕ। ਇਹ ਦੌਰ ਚੰਗੀ ਤਰ੍ਹਾਂ ਯਾਦ ਕਰ ਲਿਓ ਤੁਸੀਂ ਪੰਜਾਬੀ ਨਾਟਕ ਦੇ। ਇਸ ਤੋਂ ਬਾਅਦ ਗੱਲ ਕਰੀਏ ਆਪਾਂ ਏਕਤਾ ਦੀ, ਤਾਂ ਕਿੰਨੇ ਤਰ੍ਹਾਂ ਦੀਆਂ ਏਕਤਾਵਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ ਕਾਹਦੇ ਵਿੱਚ, ਨਾਟਕ ਵਿੱਚ। ਤਾਂ ਉਹ ਹੈ ਜੀ, ਏਕਤਾ ਹੋਵੇ ਸਮੇਂ, ਸਥਾਨ, ਅਤੇ ਤੀਸਰਾ ਲਿਖਣਾ ਭੁੱਲ ਗਈ ਮੈਂ, ਕਾਰਜ। ਇਹਨਾਂ ਤਿੰਨਾਂ ਦਾ ਹੀ ਸੁਮੇਲ ਹੋਣਾ ਚਾਹੀਦਾ, ਏਕਤਾ ਹੋਣੀ ਚਾਹੀਦੀ ਹੈ ਨਾਟਕ ਦੇ ਵਿੱਚ।
ਇਸ ਵਾਰ ਗੱਲ ਕਰੀਏ ਓਪਨ 에ਅਰ ਥੀਏਟਰ ਦੀ, ਤਾਂ ਜੋ ਓਪਨ 에ਅਰ ਥੀਏਟਰ ਹੈ ਉਹ ਖੋਲ੍ਹਿਆ ਸੀ ਜੀ ਹਰਚਰਨ ਸਿੰਘ ਨੇ ਲਾਹੌਰ ਦੇ ਵਿੱਚ। ਪੰਜਾਬ ਆਰਟ ਥੀਏਟਰ, ਇਹ ਹੁਣ ਉਹ ਸਾਰੇ ਆ ਜਿਹੜੇ ਯੋਗਦਾਨ ਪਾ ਰਹੇ ਸੀਗੇ, ਪਾ ਰਹੇ ਸੀ ਵੀ, ਜਿਨ੍ਹਾਂ ਨੇ ਅਲੱਗ-ਅਲੱਗ ਯੋਗਦਾਨ ਪਾਇਆ ਨਾਟਕ ਦਾ ਵਿਕਾਸ ਕਰਨ ਵਿੱਚ, ਨਾਟਕ ਖੇਡੇ ਇਹਨਾਂ ਨੇ। ਪੰਜਾਬ ਆਰਟ ਥੀਏਟਰ 1941 ਦੇ ਵਿੱਚ ਇਹ ਲਾਹੌਰ ਦੇ ਵਿੱਚ ਸੀ, ਠੀਕ ਹੈ। ਬਾਅਦ ਦੇ ਵਿੱਚ ਇਹਦਾ ਨਾਮ ਪੈ ਗਿਆ ਪੰਜਾਬ ਕਲਾ ਮੰਚ, ਬਦਲ ਕੇ ਆਹ ਨਾਮ ਰੱਖਤਾ, ਪੰਜਾਬੀ ਉਰੱਥਾ ਕਰਤਾ। ਇਸ ਤੋਂ ਬਾਅਦ ਦਿੱਲੀ ਆਰਟ ਥੀਏਟਰ, ਇਹਨੇ ਵੀ ਬਹੁਤ ਯੋਗਦਾਨ ਪਾਇਆ, ਬਲਵੰਤ ਗਾਰਗੀ ਦੇ ਬਹੁਤ ਨਾਟਕ ਖੇਡੇ ਇਹਨਾਂ ਨੇ। ਇਸ ਤੋਂ ਬਾਅਦ ਰੂਪ ਕਲਾ ਸੰਗਮ ਨਾਟ ਮੰਡਲੀ, ਇਹ ਬਣਾਈ ਸੀ ਜੀ ਕਪੂਰ ਸਿੰਘ ਘੁੰਮਣ ਨੇ, ਇਹਨਾਂ ਨੇ ਵੀ ਬਹੁਤ ਜ਼ਿਆਦਾ ਨਾਟਕ ਖੇਡੇ ਆ। ਇਸ ਤੋਂ ਬਾਅਦ ਇਪਟਾ, ਕਾਫੀ ਇੰਪੋਰਟੈਂਟ ਪ੍ਰਸ਼ਨ ਇਹ ਆਇਆ ਸੀ, ਲੈਕਚਰਰ ਦਾ ਜੋ ਪੇਪਰ ਸੀ ਉਹਦੇ ਵਿੱਚ ਆਇਆ ਸੀ, ਇਹਦੀ ਫੁੱਲ ਫਾਰਮ ਹੈ ਨਾ। ਇਪਟਾ ਦਾ ਸੰਬੰਧ ਕਿਸ ਨਾਲ ਹੈ? ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨ, ਇਹ ਇੰਡੀਅਨ ਮਤਲਬ ਤੁਹਾਨੂੰ ਪਤਾ ਲੱਗ ਗਿਆ, ਉਹ ਭਾਰਤ ਪੱਧਰ ਦੀ ਸੰਸਥਾ ਇਹ ਬਣਾਈ ਗਈ ਹੈ ਥੀਏਟਰ ਦੇ ਲਈ, ਇਹਦੇ ਵਿਕਾਸ ਦੇ ਲਈ। ਅਤੇ ਪੰਜਾਬ ਦੇ ਵਿੱਚ ਇਹਦੇ ਸੰਚਾਲਕ ਬਣੇ ਜੀ ਸ਼ੀਲਾ ਭਾਟੀਆ, ਇਹ ਚੰਗੀ ਤਰ੍ਹਾਂ ਯਾਦ ਕਰ ਲੈਣਾ ਤੁਸੀਂ, ਪੰਜਾਬ ਦੇ ਵਿੱਚ ਸੰਚਾਲਕ ਬਣੇ ਇਹ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਿਰਜਣ ਵਿਧੀਆਂ ਦੀ, ਕਿਹੜੀਆਂ ਵਿਧੀਆਂ, ਇਹ ਧਿਆਨ ਨਾਲ ਕਰ ਲਿਓ, ਠੀਕ ਹੈ। ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਵੀ ਕੀ ਹੈ ਇਹਨਾਂ ਦੇ ਵਿੱਚ, ਨਾਮ ਹੀ ਔਖੇ ਵਿੱਚ ਕੁਛ ਵੀ ਨਹੀਂਗਾ, ਧਿਆਨ ਨਾਲ ਕਰ ਲਿਓ। ਸਿਰਜਣ ਵਿਧੀਆਂ ਵਿੱਚ ਹੈਗਾ ਜੀ ਇਹਦਾ ਦੂਸਰਾ ਨਾਮ ਰਚਨਾ ਸ਼ਿਲਪ ਕਹਿ ਲਓ, ਚਾਹੇ ਸਿਰਜਣ ਵਿਧੀਆਂ ਕਹਿ ਲਓ, ਇੱਕ ਹੀ ਗੱਲ ਆ। ਅਤੇ ਸਿਰਜਣਾ ਦੇ ਆਧਾਰ, ਜਿਹੜੇ ਸਿਰਜਣਾ ਦੇ ਆਧਾਰ ਆ ਉਹ ਦੋ ਤਰੀਕਿਆਂ ਨਾਲ ਕਰਾਂਗੇ ਆਪਾਂ, ਇੱਕ ਭਾਰਤੀ ਸਿਰਜਣਾ ਵਿਧੀ, ਇੱਕ ਪੱਛਮੀ ਸਿਰਜਣਾ ਵਿਧੀ। ਜੋ ਭਾਰਤੀ ਸਿਰਜਣਾ ਵਿਧੀ ਹੈ ਉਸ ਦੇ ਵਿੱਚ ਕੀ ਹੈ, 3 ਵਾਰੀ 5 ਯਾਦ ਰੱਖ ਲਓ, ਠੀਕ ਹੈ। 5 ਅਵਸਥਾਵਾਂ, ਪਹਿਲਾਂ 5 ਅਵਸਥਾਵਾਂ ਹੀ ਕਰ ਲੈਣੇ ਆ। ਅਵਸਥਾਵਾਂ ਮਤਲਬ ਜਦੋਂ ਆਪਾਂ ਕੋਈ ਕੰਮ ਸ਼ੁਰੂ ਕਰਦੇ ਹਾਂ, ਹੁਣ ਨਾਟਕ ਸ਼ੁਰੂ ਕਰਨ ਜਾ ਰਹੇ ਹਾਂ, ਸਿਰਜਣ ਜਾ ਰਹੇ ਹਾਂ, ਤਾਂ ਕਿਹੜੇ ਪੜਾਵਾਂ ਦੇ ਵਿੱਚੋਂ ਲੰਘਾਂਗੇ ਆਪਾਂ, ਸਿੰਪਲ ਜੀ ਗੱਲ ਹੈ, ਠੀਕ ਹੈ। ਪਹਿਲਾਂ ਉਹਨੂੰ ਆਰੰਭ ਕਰਾਂਗੇ, ਸ਼ੁਰੂ ਕਰਾਂਗੇ, ਫਿਰ ਉਹਦੇ ਲਈ ਯਤਨ ਕਰਾਂਗੇ, ਕੋਸ਼ਿਸ਼ ਕਰਾਂਗੇ ਵੀ ਉਹ ਕੰਮ ਹੋ ਜਾਵੇ। ਫਿਰ ਪ੍ਰਾਪਤੀ ਆਸ਼ਾ, ਮਨ ਦੇ ਵਿੱਚ ਹੋਊਗਾ, ਇੱਕ ਆਸ਼ਾ ਲੈ ਕੇ ਹੀ ਚੱਲਦੇ ਹਾਂ, ਠੀਕ ਹੈ। ਬਿਨਾਂ ਆਸ਼ਾ ਤੋਂ ਤਾਂ ਕੋਈ ਕੰਮ ਕਰਦੇ ਨਹੀਂ ਆਪਾਂ। ਅਤੇ ਉਸ ਤੋਂ ਬਾਅਦ ਜੋ ਨਿਯਤਾ ਪਤੀ, ਇਹਦਾ ਮਤਲਬ ਕੀ ਹੈ ਕਿ ਹਾਂ ਨਿਯਤ ਨਿਸ਼ਚਿਤ ਹੋ ਜਾਂਦਾ ਮਨ ਦੇ ਵਿੱਚ ਵੀ ਹਾਂ ਜੇ ਇਸ ਤਰੀਕੇ ਨਾਲ ਅਸੀਂ ਕੰਮ ਕਰਦੇ ਰਹੀਏ ਤਾਂ ਸਾਨੂੰ ਫਲ ਮਿਲੂਗਾ, ਠੀਕ ਹੈ। ਜਿਵੇਂ ਆਰੰਭ ਦੇ ਵਿੱਚ ਹੁਣ ਆਪਾਂ ਉਦਾਹਰਨ ਲਈਏ, ਆਰੰਭ ਦੇ ਵਿੱਚ ਆਪਾਂ ਕਹੀਏ ਵੀ ਹਾਂ ਅਸੀਂ ਪੜ੍ਹਨਾ ਸਟਾਰਟ ਕਰਤਾ ਮਾਸਟਰ ਕੇਡਰ ਦਾ, ਯਤਨ ਹਾਂ ਆਹ ਚੈਨਲ ਤੋਂ ਪੜ੍ਹ ਲਈ, ਠੀਕ ਹੈ, ਆਹ ਬੁੱਕ ਪੜ੍ਹ ਲਈ, ਆਹ ਮੌਕ ਟੈਸਟ ਕਰ ਲਿਆ, ਉਹ ਸਾਰੇ ਸਾਡੇ ਯਤਨ ਹੋ ਗਏ। ਪ੍ਰਾਪਤੀ ਆਸ਼ਾ, ਮਨ ਉਹ ਹੌਲੀ ਹੌਲੀ ਮੌਕ ਟੈਸਟ ਕੀਤੇ, ਬੁੱਕਸ ਤੋਂ ਪੜ੍ਹੇ, ਤਾਂ ਮਨ ਦੇ ਵਿੱਚ ਆਸ਼ਾ ਹੋ ਗਈ ਵੀ ਹਾਂ ਮੈਂ ਕੁਛ ਕਰ ਸਕਦਾ, ਠੀਕ ਹੈ, ਮੈਂ ਕੁਛ ਕਰ ਸਕਦੀ ਹਾਂ। ਉਸ ਤੋਂ ਬਾਅਦ ਨਿਯਤਾਪਤੀ ਦੇ ਮਤਲਬ ਵਿੱਚ ਇਹਦੇ ਵਿੱਚ ਆ ਗਿਆ ਨਿਸ਼ਚਿਤ ਹੋ ਗਿਆ ਮਨ ਨੂੰ ਵੀ ਇੰਨਾ ਕੁ ਮੈਂ ਪੜ੍ਹ ਲਿਆ ਵੀ ਹਾਂ ਹੁਣ ਮੈਂ ਕਰ ਲੂੰ ਪੇਪਰ। ਉਸ ਤੋਂ ਬਾਅਦ ਫਲ ਦੇ ਵਿੱਚ, ਜੋ ਫਲ ਦੇ ਵਿੱਚ ਆਪਾਂ ਨੂੰ ਕੀ ਮਿਲਦਾ, ਜੋ ਅਸੀਂ ਆਰੰਭ ਦੇ ਵਿੱਚ ਮਿੱਥਿਆ ਸੀ ਅਸੀਂ ਆਹ ਚੀਜ਼ 'ਤੇ ਪਹੁੰਚਣਾ, ਮਤਲਬ ਅਸੀਂ ਟੀਚਰ ਬਣਨਾ, ਤਾਂ ਹੋ ਗਿਆ ਫਲਾਗਮ। ਤਾਂ ਇਹ 5 ਅਵਸਥਾਵਾਂ ਨੇ ਭਾਰਤੀ ਸਿਰਜਣ ਵਿਧੀ ਦੀਆਂ। ਇਸ ਤੋਂ ਬਾਅਦ ਗੱਲ ਕਰਾਂਗੇ 5 ਅਰਥ ਪ੍ਰਕਿਰਤੀਆਂ। ਹੁਣ ਇਹ ਪ੍ਰਸ਼ਨ ਆਪਾਂ ਨੂੰ ਮਿਲ ਤਾਂ ਜਾਂਦੇ ਆ, ਠੀਕ ਹੈ, ਮੈਂ ਵੀ ਪੜ੍ਹੇ ਆ ਕਿ ਅਰਥ ਪ੍ਰਕਿਰਤੀਆਂ ਲਿਖ ਦਿਓ ਜੀ ਨਾਟਕ ਦੀਆਂ, ਠੀਕ ਹੈ, ਅਵਸਥਾਵਾਂ ਲਿਖ ਦਿਓ ਜੀ, ਪਰ ਸਾਨੂੰ ਪਤਾ ਹੈ ਨਹੀਂ ਕਿ ਉਹਦੇ ਵਿੱਚ ਕੀ ਹੈ। ਤਾਂ ਅਰਥ ਪ੍ਰਕਿਰਤੀਆਂ ਕਿਹਨੂੰ ਕਹਿੰਦੇ ਨੇ? ਹੁਣ ਕੋਈ ਕੰਮ ਕਰਨ ਲੱਗੇ ਆਪਾਂ, ਠੀਕ ਹੈ, ਨਾਟਕ ਲਿਖਣ ਲੱਗੇ ਹਾਂ, ਤਾਂ ਉਹਦੇ ਵਿੱਚ ਅਸੀਂ ਕੀ ਸ਼ਾਮਿਲ ਕਰ ਰਹੇ ਹਾਂ, ਕਿਹੜੀ ਕਹਾਣੀ ਸ਼ਾਮਿਲ ਕਰ ਰਹੇ ਹਾਂ, ਕਹਾਣੀ ਦੇ ਕਿਹੜੇ ਤੱਤ ਆ ਉਹਨਾਂ ਬਾਰੇ, ਠੀਕ ਹੈ। ਹੁਣ ਆਪਾਂ ਕਰਾਂਗੇ 5 ਅਰਥ ਪ੍ਰਕਿਰਤੀਆਂ। ਇਹਦੇ ਵਿੱਚ ਕੀ ਆਉਂਦਾ ਜੀ? ਇਹਦੇ ਵਿੱਚ ਆਉਂਦਾ ਕਥਾ ਵਸਤੂ ਦੇ ਤੱਤ। ਪਹਿਲਾ ਬੀਜ, ਦੂਸਰਾ ਬਿੰਦੂ, ਤੀਸਰਾ ਪਤਾਕਾ, ਚੌਥਾ ਪ੍ਰਕਰੀ ਅਤੇ 5ਵਾਂ ਕਾਰਜ। ਪੜ੍ਹ ਲਏ, ਪਰ ਵਿੱਚ ਕੀ ਆ ਨਹੀਂ ਪਤਾ, ਠੀਕ ਹੈ। ਹੁਣ ਆਪਾਂ ਇਹਨੂੰ ਇਕੱਲੇ ਨੂੰ ਕਰਦੇ ਹਾਂ ਕਿ ਇਹਨਾਂ ਦੇ ਵਿੱਚ ਕੀ ਹੈ। ਬੀਜ ਤੋਂ ਕੀ ਭਾਵ ਹੈ, ਬਿੰਦੂ ਤੋਂ ਕੀ ਭਾਵ ਹੈ, ਪਤਾਕਾ ਤੋਂ ਕੀ ਭਾਵ ਹੈ ਅਤੇ ਪ੍ਰਕਰੀ ਕੀ ਹੈ। ਤਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਕਿ ਅਰਥ ਪ੍ਰਕਿਰਤੀਆਂ ਦੇ ਵਿੱਚ ਅਸੀਂ ਲੈਂਦੇ ਹਾਂ ਕਹਾਣੀ, ਸਾਡੀ ਜਿਹੜੀ ਅਸੀਂ ਨਾਟਕ ਦੇ ਵਿੱਚ ਕਹਾਣੀ ਪੇਸ਼ ਕਰਨ ਜਾ ਰਹੇ ਹਾਂ। ਪਹਿਲਾ ਹੈ ਜੀ ਬੀਜ। ਬੀਜ ਦੇ ਵਿੱਚ ਦੱਸ ਦਿੰਦਾ ਨਾਟਕਕਾਰ, ਸਾਡੇ ਸਾਹਮਣੇ ਰੱਖ ਦਿੰਦਾ ਗੱਲਾਂ ਕਿ ਆਹ ਜਿਹੜੀ ਸਮੱਸਿਆ ਗਈ ਜਾਂ ਆਹ ਜਿਹੜਾ ਵਿਸ਼ਾ ਇਸ 'ਤੇ ਅਸੀਂ ਗੱਲ ਕਰਨ ਜਾ ਰਹੇ ਹਾਂ। ਇਸ ਤੋਂ ਬਾਅਦ ਬਿੰਦੂ। ਬਿੰਦੂ ਦੇ ਵਿੱਚ ਆ ਜਾਂਦੇ ਨੇ ਨਾਇਕ ਦੇ ਯਤਨ, ਜਿਹੜਾ ਉਸ ਨਾਟਕ ਦਾ ਹੀਰੋ ਹੁੰਦਾ
ਉਹ ਸਟਰਗਲ ਕਰਨਾ ਸਟਾਰਟ ਕਰਦਾ, ਸੰਘਰਸ਼ ਕਰਨਾ ਸਟਾਰਟ ਕਰਦਾ, ਉਹਨੂੰ ਆਪਾਂ ਰੱਖਦੇ ਹਾਂ ਬਿੰਦੂ ਪ੍ਰਕਿਰਤੀ ਦੇ ਵਿੱਚ। ਇਸ ਤੋਂ ਬਾਅਦ ਆ ਜਾਂਦਾ ਪਤਾਕਾ। ਜੋ ਪਤਾਕਾ, ਇਸ ਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਕਥਾ ਕੀ ਆ, ਅਸਲ ਦੇ ਵਿੱਚ ਪ੍ਰਧਾਨ ਕਥਾ ਕੀ ਆ। ਮੇਨ ਰੀਜ਼ਨ ਸਾਡੇ ਸਾਹਮਣੇ ਆਉਂਦੇ ਨੇ। ਜੇ ਉਹ ਬੇਰੁਜ਼ਗਾਰੀ 'ਤੇ ਆ ਉਹਦਾ ਰੀਜ਼ਨ ਸਾਹਮਣੇ ਆਉਂਦਾ, ਠੀਕ ਹੈ। ਜੇ ਕਿਸੇ ਸਮਾਜਿਕ ਬੁਰਾਈ 'ਤੇ ਆ ਤਾਂ ਉਹ ਸਾਡੇ ਸਾਹਮਣੇ ਆਉਂਦੀ ਹੈ, ਉਹ ਹੁੰਦੀ ਆ ਪਤਾਕਾ। ਪਤਾਕਾ ਮਤਲਬ ਯਾਦ ਰੱਖ ਲਿਓ ਵੀ ਪਟਾਕਾ ਪੈ ਜਾਂਦਾ, ਕੀ ਉਹ ਕਰਨਾ ਚਾਹੁੰਦਾ, ਠੀਕ ਹੈ। ਕਿਹੜੀ ਸਾਡੇ ਸਾਹਮਣੇ ਜਿਹੜੀ ਸਮੱਸਿਆ ਉਹ ਪੇਸ਼ ਕਰਨਾ ਚਾਹੁੰਦਾ, ਜਾਂ ਕਿਹੜਾ ਉਹਦਾ ਵਿਸ਼ਾ। ਇਸ ਤੋਂ ਬਾਅਦ ਪ੍ਰਕਿਰੀ। ਪ੍ਰਕਿਰੀ ਦੇ ਮਤਲਬ ਇਹਨੂੰ ਤੁਸੀਂ ਯਾਦ ਰੱਖ ਲੈਣਾ ਪ੍ਰਕਰਮਾਂ ਦੇ ਹਿਸਾਬ ਨਾਲ, ਮਤਲਬ ਘੁੰਮਣਾ। ਇਹਦਾ ਕੰਮ ਸਿਰਫ ਇੰਨਾ ਹੁੰਦਾ ਵੀ ਨਾਟਕ ਨੂੰ ਅੱਗੇ ਲੈ ਕੇ ਜਾਣਾ, ਥੋੜ੍ਹੀ ਜਿਹੀ ਕੋਈ ਹੋਰ ਮਸਾਲਾ ਜਿਹਾ ਲਾਉਣਾ ਕਹਿ ਦਈਏ, ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਮਤਲਬ ਥੋੜ੍ਹੀ ਜਿਹੀ ਅੱਗੇ ਲੈ ਕੇ ਜਾਣਾ ਸਟੋਰੀ ਨੂੰ। ਇਸ ਤੋਂ ਬਾਅਦ ਆ ਗਿਆ ਕਾਰਜ। ਕਾਰਜ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਜੋ ਰਾਈਟਰ ਹੈ, ਜੋ ਨਾਟਕਕਾਰ ਹੈ, ਠੀਕ ਹੈ, ਪਲੇ ਰਾਈਟਰ ਹੈ ਸੌਰੀ, ਉਹ ਕੀ ਸਾਡੇ ਸਾਹਮਣੇ ਰੱਖਣਾ ਚਾਹੁੰਦਾ, ਕੀ ਸਾਬਤ ਕਰਨਾ ਚਾਹੁੰਦਾ। ਸਾਰੀ ਕਹਾਣੀ ਕਲੀਅਰ ਹੋ ਜਾਂਦੀ ਹੈ ਸਾਡੇ ਸਾਹਮਣੇ, ਅਤੇ ਇੱਥੋਂ ਪਤਾ ਲੱਗਦਾ ਵੀ ਹਾਂ ਜਿਹੜਾ ਨਾਟਕ ਆ ਉਹ ਆਪਣੇ ਸ਼ਿਖਰ ਵੱਲ ਵੱਧ ਰਿਹਾ ਕਾਰਜ ਦੇ ਵਿੱਚ। ਸਾਰੇ ਜਿਹੜੇ ਪਾਤਰ ਆ ਉਹ ਆਪਦਾ ਜਿਹੜਾ ਸਾਹਮਣੇ ਆ ਜਾਂਦੇ ਆ ਦਰਸ਼ਕਾਂ ਦੇ ਸਾਹਮਣੇ, ਅਤੇ ਜੋ ਉਹਨਾਂ ਦਾ ਰੋਲ ਆ ਉਸ ਨੂੰ ਸਾਹਮਣੇ ਰੱਖਦੇ ਆ। ਇਸ ਤੋਂ ਬਾਅਦ ਆਉਂਦੀਆਂ 5 ਸੰਧੀਆਂ। ਹੁਣ ਆਪਾਂ 5 ਅਵਸਥਾਵਾਂ ਕਰ ਲਈਆਂ ਭਾਰਤੀ ਸਿਰਜਣਾ ਵਿਧੀ ਦੀਆਂ, 5 ਅਰਥ ਪ੍ਰਕਿਰਤੀਆਂ ਵੀ ਕਰ ਲਈਆਂ, ਅਤੇ ਹੁਣ ਆ ਗਈਆਂ 5 ਸੰਧੀਆਂ ਆਖਰੀ। ਇਹ ਬਿਲਕੁਲ ਸਿੰਪਲ ਹੈ। ਇਹਦੇ ਵਿੱਚ ਤੁਸੀਂ ਕੀ ਕਰਨਾ, ਸਿਰਫ ਇਹਨਾਂ ਦੇ ਨਾਮ ਯਾਦ ਰੱਖਣੇ ਆ। ਮੁੱਖ ਅਤੇ ਦੂਸਰੀਆਂ ਜੋ ਅਵਸਥਾ, ਇੱਕ ਅਵਸਥਾ ਵਾਲੀ ਚੱਕ ਲੈਣੀ ਆ ਅਤੇ ਇੱਕ ਅਰਥ ਵਾਲੀ ਚੱਕ ਲੈਣੀ ਆ, ਦੋਨਾਂ ਨੂੰ ਜੋੜ ਦੇਣਾ। ਆਰੰਭ ਅਤੇ ਬੀਜ ਦੋਨੇ ਮਿਲ ਕੇ ਬਣ ਗਏ ਮੁੱਖ, ਠੀਕ ਹੈ, ਮੁੱਖ ਸੰਧੀ। ਕਿਉਂਕਿ ਸੰਧੀ ਦਾ ਮਤਲਬ ਕੀ ਹੁੰਦਾ, ਜਦੋਂ ਦੋ ਜਾਣੇ ਆਪਸੀ ਸਹਿਯੋਗ ਕਰ ਲੈਂਦੇ, ਆਪਸ ਦੇ ਵਿੱਚ ਮਿਲ ਜਾਂਦੇ ਆ। ਤਾਂ ਆਰੰਭ ਅਤੇ ਬੀਜ ਜਦੋਂ ਮਿਲਦੇ ਆ ਤਾਂ ਜਿਹੜਾ ਮੁੱਖ ਸੰਧੀ ਹੈਗੀ ਉਹ ਸਟਾਰਟ ਹੋ ਜਾਂਦੀ ਹੈ। ਕਿਉਂ? ਕਿਉਂਕਿ ਜਿਹੜੀ ਸਾਡੀ ਕਾਰਜ ਅਵਸਥਾ, ਸਾਡੀ ਸਟੋਰੀ ਆ, ਉਹਨੂੰ ਅਸੀਂ ਅੱਗੇ ਲੈ ਕੇ ਜਾਣਾ। ਇਸ ਤੋਂ ਬਾਅਦ ਪ੍ਰਯਤਨ ਅਤੇ ਬਿੰਦੂ। ਪ੍ਰਯਤਨ ਕੋਸ਼ਿਸ਼ਾਂ ਕਰਨੀਆਂ, ਬਿੰਦੂ ਅਲੱਗ-ਅਲੱਗ ਜਿਹੜੇ ਪਾਤਰ ਨੇ ਨਾਇਕ ਦੇ ਨਾਲ ਜੁੜੇ ਹੋਏ, ਉਹ ਕੀ ਕਰਦੇ ਨੇ, ਕੋਸ਼ਿਸ਼ਾਂ ਕਰਦੇ ਨੇ। ਉਹ ਹੁੰਦਾ ਸਾਡਾ ਪ੍ਰਤੀਮੁੱਖ। ਪ੍ਰਤੀਮੁੱਖ ਕਿਉਂ? ਪ੍ਰਤੀ ਕੀ ਹੁੰਦਾ, ਉਲਟ, ਠੀਕ ਹੈ। ਸਾਰੇ ਆਪਸ ਦੇ ਵਿੱਚ ਮਿਲ ਕੇ ਕੀ ਕਰਦੇ ਨੇ, ਯਤਨ ਕਰਦੇ ਆ। ਉਸ ਤੋਂ ਬਾਅਦ ਗਰਭ। ਗਰਭ ਦੇ ਵਿੱਚ ਕੀ ਆ ਜਾਂਦਾ, ਪਤਾਕਾ ਅਤੇ ਪ੍ਰਾਪਤੀ ਆਸ਼ਾ, ਦੋਨਾਂ ਨੂੰ ਜੋੜ ਕੇ। ਇਸ ਤੋਂ ਬਾਅਦ ਵਿਮਰਸ਼। ਵਿਮਰਸ਼ ਦੇ ਵਿੱਚ ਕੀ ਆ ਜਾਂਦਾ, ਪ੍ਰਕਿਰੀ ਅਤੇ ਨਿਯਤਾਪਤੀ, ਠੀਕ ਹੈ। ਇਹਨਾਂ ਦੇ ਅਰਥ ਆਪਾਂ ਪਹਿਲਾਂ ਹੀ ਕਰ ਲਏ, ਤੁਸੀਂ ਸਮਝ ਗਏ ਹੋਵੋਗੇ। ਇਸ ਤੋਂ ਬਾਅਦ ਨਿਰਵਹਿਣ। ਨਿਰਵਹਿਣ ਦੇ ਵਿੱਚ ਬਸ ਕਲੀਅਰ ਹੋ ਗਿਆ, ਸਿੱਧਾ ਹੋ ਗਿਆ, ਰਸਤਾ ਸਾਫ਼ ਹੋ ਗਿਆ। ਜਿੰਨਾ ਕੰਮ ਕੀਤਾ ਉਸ ਦੇ ਹਿਸਾਬ ਨਾਲ ਫਲ ਮਿਲ ਗਿਆ, ਫਲ ਗਾਓ, ਠੀਕ ਹੈ ਜੀ। ਤਾਂ ਇਹ ਹੋ ਗਈਆਂ 5 ਸੰਧੀਆਂ, ਅਤੇ ਇੱਥੇ ਖਤਮ ਹੋ ਗਿਆ ਸਾਡਾ ਭਾਰਤੀ ਸਿਰਜਣ ਵਿਧੀਆਂ। ਇਸ ਤੋਂ ਬਾਅਦ ਕਰਾਂਗੇ ਪੱਛਮੀ ਸਿਰਜਣ ਵਿਧੀ। ਇਹ ਈਜ਼ੀ ਹੈ, ਠੀਕ ਹੈ, ਭਾਰਤੀ ਵਾਲੇ ਨਾਲੋਂ ਸੌਖੀ ਹੈ ਯਾਦ ਕਰਨੀ। ਇਹਦੇ ਵਿੱਚ ਕੀ ਹੈ, ਪਹਿਲਾ ਆਰੰਭਿਕ ਅਵਸਥਾ। ਆਰੰਭਿਕ ਅਵਸਥਾ ਦੇ ਵਿੱਚ ਦੱਸਦੇ ਇੱਕ ਤਰ੍ਹਾਂ ਦੀ ਪ੍ਰਸਤਾਵਨਾ ਹੁੰਦੀ ਹੈ, ਠੀਕ ਹੈ। ਪਹਿਲਾਂ ਹੀ ਦੱਸ ਦਿੰਦੇ ਆ ਵੀ ਆਹ ਕੁਛ ਹੋਊਗਾ, ਆਹ ਪਾਤਰ ਹੋਣਗੇ, ਆਹ ਸਮੱਸਿਆ। ਇਸ ਤੋਂ ਬਾਅਦ ਸੰਘਰਸ਼ ਦਾ ਵਿਕਾਸ। ਇਹਦੇ ਵਿੱਚ ਦੱਸਦੇ ਨੇ ਕਿ ਆਹ ਵਾਲੀ ਘਟਨਾ ਘਟੂਗੀ, ਠੀਕ ਹੈ, ਅਤੇ ਇੱਥੇ ਜਾ ਕੇ ਸ਼ਿਖਰ ਆ ਜਿਹੜਾ ਉਹ ਨਾਟਕ ਦਾ ਹੋ ਜਾਏਗਾ। ਇਸ ਤੋਂ ਬਾਅਦ ਸ਼ਿਖਰ ਦੇ ਵਿੱਚ ਕੀ ਆ ਜਾਂਦਾ, ਬਦਲਾਅ, ਜਿੱਥੇ ਕਹਾਣੀ ਟਵਿਸਟ ਲੈਂਦੀ ਹੈ ਸਿਖਰ 'ਤੇ ਜਾ ਕੇ, ਉਹ ਹੈ ਜੀ ਸਿਖਰ। ਇਸ ਤੋਂ ਬਾਅਦ ਸੰਘਰਸ਼ ਤੋਂ ਖਲਾਸੀ। ਸੰਘਰਸ਼ ਖਤਮ ਹੋ ਜਾਂਦਾ, ਜੋ ਵੀ ਗੁੰਝਲਾਂ ਹੁੰਦੀਆਂ ਨੇ ਨਾਟਕ ਦੇ ਵਿੱਚ, ਠੀਕ ਹੈ, ਜੋ ਵੀ ਸਾਡੇ ਸਾਹਮਣੇ ਸੀਕਰੇਟ ਰੱਖੇ ਹੁੰਦੇ ਆ ਉਹ ਸਾਰੇ ਖੁੱਲ੍ਹ ਜਾਂਦੇ ਆ, ਪ੍ਰਗਟਾ ਹੋ ਜਾਂਦਾ ਪੂਰੇ ਨਾਟਕ ਦਾ। ਇਸ ਤੋਂ ਬਾਅਦ ਸਮਾਪਤੀ। ਜੋ ਫਲ ਐਂਡ 'ਤੇ ਪ੍ਰਾਪਤ ਕਰਨਾ ਚਾਹੁੰਦਾ ਨਾਟਕਕਾਰ, ਜੋ ਉਦੇਸ਼ ਪ੍ਰਾਪਤ ਕਰਨਾ ਚਾਹੁੰਦਾ, ਉਹਦੀ ਪ੍ਰਾਪਤੀ ਹੋ ਜਾਂਦੀ ਹੈ ਸਮਾਪਤੀ 'ਤੇ, ਠੀਕ ਹੈ। ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਨਾਟਕ ਦੇ ਵਿੱਚ ਹਰ ਇੱਕ ਚੀਜ਼ ਸਾਨੂੰ ਐਕਸਪਲੇਨ ਕਰਕੇ ਨਹੀਂ ਮਿਲਦੀ। ਕਈ ਚੀਜ਼ਾਂ ਅਧੂਰੀਆਂ ਛੱਡੀਆਂ ਜਾਂਦੀਆਂ, ਅਤੇ ਉਹ ਅਧੂਰੀਆਂ ਛੱਡੀਆਂ ਚੀਜ਼ਾਂ ਕਿਵੇਂ ਪੂਰੀਆਂ ਹੁੰਦੀਆਂ, ਉਹ ਹੁੰਦੀਆਂ ਜੀ ਦਰਸ਼ਕਾਂ ਦੀ ਜਾਂ ਪਾਠਕਾਂ ਦੀ ਕਲਪਨਾ ਸ਼ਕਤੀ ਤੋਂ। ਅਗਲਾ ਪ੍ਰਸ਼ਨ ਇੰਪੋਰਟੈਂਟ ਹੈ, ਪੀਠ ਮਰਦ ਕਿਹਨੂੰ ਕਹਿੰਦੇ ਆ। ਹੁਣ ਹਰ ਇੱਕ ਨਾਟਕ ਦੇ ਵਿੱਚ ਲੈ ਲਓ, ਚਾਹੇ ਕਹਾਣੀ ਦੇ ਵਿੱਚ ਲੈ ਲਓ, ਕੁਛ ਵੀ ਲੈ ਲਓ, ਠੀਕ ਹੈ, ਉਹਦੇ ਵਿੱਚ ਇੱਕ ਪਾਤਰ ਇਹੋ ਜਿਹਾ ਜ਼ਰੂਰ ਹੁੰਦਾ ਜਿਹੜਾ ਉਹਨੂੰ ਪਿੱਛੋਂ ਉਤੇਜਿਤ ਕਰਦਾ ਨਾਇਕ ਨੂੰ, ਠੀਕ ਹੈ। ਕੋਈ ਵੀ ਕੰਮ ਕਰਨ ਦੇ ਲਈ ਉਹਨੂੰ ਪ੍ਰੇਰਿਤ ਕਰਦਾ ਹੈ, ਉਹਦੇ ਆਲੇ ਦੁਆਲੇ ਘੁੰਮਦਾ ਜਾਂ ਉਹਦੇ ਨੇੜੇ ਤੇੜੇ ਰਹਿੰਦਾ, ਠੀਕ ਹੈ। ਉਹਨੂੰ ਕਿਹਾ ਜਾਂਦਾ ਹੈ ਪੀਠ ਮਰਦ, ਪ੍ਰਸੰਗਿਕ ਕਥਾ ਦਾ ਨਾਇਕ। ਜਿਹੜੀ ਆਸੇ ਪਾਸੇ ਕਹਾਣੀ ਚੱਲ ਰਹੀ ਹੁੰਦੀ ਆ, ਕਿਤੇ ਨਾ ਕਿਤੇ ਉਹਦੇ ਨਾਲ ਜੁੜਿਆ ਰਹਿੰਦਾ, ਠੀਕ ਹੈ, ਉਹ ਹੁੰਦਾ ਪੀਠ ਮਰਦ, ਪ੍ਰਸੰਗਿਕ ਕਥਾ ਦਾ ਨਾਇਕ। ਇਸ ਤੋਂ ਬਾਅਦ ਨਾਇਕ। ਨਾਇਕ ਬਾਰੇ ਜਾਣਦੇ ਆਪਾਂ। ਜਿਹੜੇ ਨਾਇਕ ਹੈ ਉਹ ਮੰਨੇ ਜਾਂਦੇ ਨੇ 4 ਤਰ੍ਹਾਂ ਦੇ।
ਚਾਰ ਤਰ੍ਹਾਂ ਦੀਆਂ ਕਿਸਮਾਂ ਮੰਨੀਆਂ ਜਾਂਦੀਆਂ ਨਾਇਕ ਦੀਆਂ। ਪਹਿਲਾ ਹੈ ਜੀ ਧੀਰੋਦਾਤ। ਨਾਇਕ ਹੋਣਾ ਚਾਹੀਦਾ ਸ਼ਕਤੀਸ਼ਾਲੀ, ਮਹਾਸ਼ਕਤੀਸ਼ਾਲੀ ਕਹਿ ਲਓ, ਠੀਕ ਹੈ, ਹੰਕਾਰ ਨਾ ਹੋਵੇ ਉਹ 'ਚ। ਧੀਰ ਲਲਿਤ। ਲਲਿਤ ਕਲਾ ਤੁਹਾਨੂੰ ਪਤਾ ਹੀ ਹੈ ਕਿ ਉਹਨੂੰ ਜੋ ਨਾਚ ਵਗੈਰਾ ਆਉਂਦਾ ਹੋਵੇ, ਨ੍ਰਿਤ ਕਰ ਸਕਦਾ ਹੋਵੇ, ਠੀਕ ਹੈ, ਗੀਤ ਵਗੈਰਾ ਦੇ ਵਿੱਚ ਉਹਨੂੰ ਮਹਾਰਤ ਹੋਵੇ। ਇਸ ਤੋਂ ਬਾਅਦ ਧੀਰ ਪ੍ਰਸ਼ਾਂਤ। ਪ੍ਰਸ਼ਾਂਤ ਤੋਂ ਹੀ ਕਲੀਅਰ ਹੁੰਦਾ ਕਿ ਉਹਦਾ ਮਨ ਆ ਜਿਹੜਾ ਉਹ ਸ਼ਾਂਤ ਹੋਵੇ, ਠੀਕ ਹੈ, ਸੰਤੋਖ ਸਹਿਜ ਵਾਲਾ ਹੋਵੇ ਉਹ। ਇਸ ਤੋਂ ਬਾਅਦ ਧੀਰ ਉਦੱਤ। ਇਹਦੇ ਵਿੱਚ ਕੀ ਆ ਵੀ ਉਹਦੇ ਵਿੱਚ ਗੁਣ ਵੀ ਹੈਗੇ ਆ ਪਰ ਇੱਕ ਅੱਧਾ ਔਗਣ ਵੀ ਨਾਲ ਹੋਊਗਾ। ਜਿਵੇਂ ਮਤਲਬ ਕੋਈ ਬਹੁਤ ਯੋਧਾ ਹੈ, ਠੀਕ ਹੈ, ਤਾਕਤਵਰ ਹੈ, ਵਧੀਆ ਕੰਮ ਕਰਦਾ, ਪਰ ਨਾਲ ਹੀ ਉਹ ਘਮੰਡੀ ਹੈ, ਤਾਂ ਉਹ ਹੁੰਦਾ ਧੀਰ ਉਦੱਤ। ਇਸ ਤੋਂ ਬਾਅਦ ਨਾਇਕਾ ਦੇ ਵੀ ਦਿਵਯ, ਜਿਸ ਦੇ ਵਿੱਚ ਉਹਦਾ ਜਿਹੜਾ ਖਾਨਦਾਨ ਹੈ ਉਹ ਦੇਖਿਆ ਜਾਂਦਾ। ਉਦਾਤਾ, ਖਾਨਦਾਨ ਮਤਲਬ ਸ਼ਾਹੀ ਖਾਨਦਾਨ ਹੋਵੇ। ਉਦਾਤਾ ਮਤਲਬ ਉਹਦਾ ਜਿਹੜਾ ਆਚਰਣ ਹੈ, ਕਰੈਕਟਰ ਹੈ। ਇਸ ਤੋਂ ਬਾਅਦ ਨਿਪ੍ਰੈਤਾ। ਨਿਪ੍ਰੈਤਾ ਮਤਲਬ ਪਰਦੇ ਦੇ ਵਿੱਚ, ਕਿਉਂਕਿ ਉਸ ਸਮੇਂ ਔਰਤ ਨੂੰ ਪਰਦੇ ਦੇ ਵਿੱਚ ਰੱਖਿਆ ਜਾਂਦਾ ਸੀ, ਠੀਕ ਹੈ, ਪਰਦੇ ਦੇ ਵਿੱਚ ਰਹਿਣਾ ਪੈਂਦਾ। ਇਸ ਵਾਰ ਧੀਰ ਲਲਿਤ ਸੇਮ ਹੀ ਆ, ਜੋ ਉਹਨੂੰ ਨ੍ਰਿਤ ਆਉਂਦਾ ਹੋਵੇ, ਠੀਕ ਹੈ, ਹੋਰ ਜਿਹੜੀਆਂ ਲਲਿਤ ਕਲਾਵਾਂ ਉਹ ਆਉਂਦੀਆਂ ਹੋਣ। ਨਾਇਕਾ ਵੀ ਚਾਰ ਤਰ੍ਹਾਂ ਦੀ ਅਤੇ ਨਾਇਕ ਵੀ ਚਾਰ ਤਰ੍ਹਾਂ ਦਾ ਕਿਸਮਾਂ ਨੇ। ਇਹ ਵੀ ਦਿੱਤੀਆਂ ਨੇ ਕਿਹਨੇ? ਆਚਾਰੀਆ ਧਨੰਜੇ ਨੇ। ਇਸ ਵਾਰ ਕੁਛ ਕੁ ਸ਼ਬਦਾਵਲੀ ਹੈ ਜਿਹੜੀ ਸਪੈਸ਼ਲੀ ਜੁੜੀ ਹੋਈ ਆ ਨਾਟਕ ਦੇ ਨਾਲ। ਨਿਪੱਥ ਗ੍ਰਹਿ। ਨਿਪੱਥ ਗ੍ਰਹਿ ਕਿਹਨੂੰ ਕਿਹਾ ਜਾਂਦਾ ਹੈ? ਡਰੈਸਿੰਗ ਰੂਮ ਨੂੰ, ਠੀਕ ਹੈ, ਜਿੱਥੇ ਉਹ ਕੱਪੜੇ ਚੇਂਜ ਕਰਦੇ ਆ। ਇਸ ਤੋਂ ਬਾਅਦ ਪ੍ਰੇਕਸ਼ਾ ਗ੍ਰਹਿ। ਪ੍ਰੇਕਸ਼ਾ ਗ੍ਰਹਿ ਜਿੱਥੇ ਜਿਹੜੇ ਦਰਸ਼ਕ ਆ ਬੈਠਦੇ ਆ, ਨਾਟਕ ਦੇਖਣ ਵਾਲੇ। ਇਸ ਤੋਂ ਬਾਅਦ ਪ੍ਰਵੇਸ਼ ਦੁਆਰ, ਜਿੱਥੋਂ ਦੀ ਜਿਹੜੀ ਐਂਟਰੀ ਹੁੰਦੀ ਹੈ ਦਰਸ਼ਕਾਂ ਦੀ। ਤਾਂ ਇਹ ਦੋ ਹੁੰਦੇ ਨੇ ਆਮ ਕਰਕੇ। ਇਹਨਾਂ ਦਾ ਜਿਹੜਾ ਬੂਹਾ ਰੱਖਿਆ ਜਾਂਦਾ ਉਹ ਪੂਰਬ ਅਤੇ ਦੱਖਣ ਦਿਸ਼ਾਵਾਂ ਵੱਲ। ਇਸ ਵਾਰ ਯਵਨਿਕਾ ਕਿਹਾ ਜਾਂਦਾ ਪਰਦੇ ਨੂੰ, ਜੋ ਪਰਦਾ ਡਿੱਗਦਾ। ਅਤੇ ਵਿਰੋਧੀ ਪਾਤਰ ਅਖਵਾਉਂਦੇ ਨੇ ਖਲਨਾਇਕ। ਇਸ ਵਾਰ ਕੁਛ ਕੁ ਪਰਿਭਾਸ਼ਾਵਾਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਨੇ, ਪੇਪਰ ਪੱਖ ਤੋਂ ਕਰ ਲਿਓ ਜੀ। ਨਾਟਕ ਜੀਵਨ ਦੀ ਨਕਲ ਹੈ। ਕਿਸ ਦਾ ਕਥਨ ਹੈ? ਅਰਸਤੂ ਦਾ। ਪਾਤਰ ਉਸਾਰੀ ਦੀਆਂ ਜਿਹੜੀਆਂ ਜੁਗਤਾਂ ਉਹ ਕਿਹੜੇ ਤਰੀਕੇ ਨਾਲ ਵਰਤੀਆਂ ਜਾਂਦੀਆਂ? ਤਾਂ ਇਹ ਦੋ ਤਰੀਕਿਆਂ ਨਾਲ ਵਰਤੀਆਂ ਜਾਂਦੀਆਂ ਜੀ। ਪਹਿਲਾ ਕਾਰਜ, ਜਿਹੜਾ ਉਹ ਅਲੱਗ-ਅਲੱਗ ਗਤੀਵਿਧੀਆਂ ਕਰਦੇ ਰਹਿੰਦੇ ਆ ਸਟੇਜ 'ਤੇ। ਦੂਸਰਾ ਸੰਵਾਦ। ਸੰਵਾਦ ਮਤਲਬ ਕਨਵਰਸੇਸ਼ਨ, ਉਹਨਾਂ ਦੀ ਆਪਸੀ ਵਾਰਤਾਲਾਪ, ਆਪਸੀ ਗੱਲਬਾਤ। ਜੇ ਗੱਲਬਾਤ ਕਰਨਗੇ ਤਾਂ ਹੀ ਜਿਹੜੀ ਕਹਾਣੀ ਹੈ ਨਾਟਕ ਦੀ ਉਹ ਤੁਰੂਗੀ। ਇਸ ਤੋਂ ਬਾਅਦ ਜੋ ਅਭਿਨੈ ਹੈ, ਅਭਿਨੈ ਕਿਹੜੇ ਤਰੀਕੇ ਦਾ ਹੋਣਾ ਚਾਹੀਦਾ? ਸਧਾਰਨੀਕਰਨ ਵਾਲਾ। ਸਧਾਰਨੀਕਰਨ ਦਾ ਸਿਧਾਂਤ ਤੁਹਾਨੂੰ ਪਤਾ ਹੀ ਹੋਊਗਾ, ਮਤਲਬ ਫਰਕ ਨਾ ਰਹੇ। ਜਿਹਦੀ ਉਹ ਐਕਟਿੰਗ ਕਰ ਰਿਹਾ ਪੂਰੀ 100% ਐਕਟਿੰਗ ਕਰੇ ਉਹਦੀ, ਠੀਕ ਹੈ, ਵਧੀਆ ਐਕਟਿੰਗ ਕਰੇ। 100% ਤਾਂ ਨਹੀਂ ਕਹਿ ਸਕਦੇ, ਚਲੋ ਵਧੀਆ ਐਕਟਿੰਗ ਕਰੇ, ਠੀਕ ਹੈ, ਉਹਦੀ ਸਧਾਰਨੀਕਰਨ ਹੋ ਜੇ, ਮਤਲਬ ਫਰਕ ਮਿਟ ਜੇ। ਤਾਂ ਇਹਦੇ ਅੱਗੇ ਚਾਰ ਭੇਦ ਮੰਨਦੇ ਆਪਾਂ ਅਭਿਨੈ ਦੇ। ਕਿਹੜੇ ਕਿਹੜੇ? ਪਹਿਲਾ ਹੈ ਜੀ ਆਂਗਿਕ, ਦੂਸਰਾ ਵਾਚਕ, ਤੀਸਰਾ ਆਹਾਰਯ ਅਤੇ ਚੌਥਾ ਸਾਤਵਿਕ। ਹੁਣ ਇਹਨਾਂ ਬਾਰੇ ਅਲੱਗ-ਅਲੱਗ ਪੜ੍ਹਾਂਗੇ ਆਪਾਂ। ਆਂਗਿਕ ਮਤਲਬ ਜੋ ਸਰੀਰਕ ਅੰਗਾਂ ਦੇ ਨਾਲ ਉਹ ਕਿਰਿਆਵਾਂ ਕਰਦਾ, ਆਂਗਿਕ। ਇਸ ਤੋਂ ਬਾਅਦ ਵਾਚਕ। ਵਾਚਕ ਮਤਲਬ ਬੋਲ ਕੇ, ਠੀਕ ਹੈ, ਜੋ ਬੋਲ ਕੇ ਉਹਦੇ ਡਾਇਲੋਗ ਕਹਿ ਸਕਦੇ ਹਾਂ ਆਪਾਂ, ਜਾਂ ਇਸ ਤੋਂ ਬਿਨਾਂ ਜਿਹੜਾ ਸੰਗੀਤ ਹੈ ਵਰਤਿਆ ਜਾਂਦਾ ਉਹਨੂੰ ਵੀ ਆਪਾਂ ਮੰਨ ਸਕਦੇ ਹਾਂ ਵਾਚਕ ਦੇ ਵਿੱਚ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਆਉਂਦਾ ਸਾਡੇ ਕੋਲ ਆਹਾਰਯ। ਆਹਾਰਯ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਚੀਜ਼ਾਂ ਉਹਨਾਂ ਦੇ ਲਿਬਾਸ ਦੇ ਵਿੱਚ ਆਉਂਦੀਆਂ ਨੇ, ਚਾਹੇ ਫਿਰ ਉਹ ਗਹਿਣੇ ਹੋ ਗਏ, ਠੀਕ ਹੈ, ਬਸਤਰ ਹੋ ਗਏ, ਜਾਂ ਅਲੱਗ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਕੋਈ, ਜਿਹਦੇ ਵਿੱਚ ਪੇਸ਼ ਹੁੰਦਾ ਦੇਸ਼ ਕਾਲ। ਸਿੰਪਲ ਜੀ ਗੱਲ ਮੰਨੀਏ ਤਾਂ ਦੇਸ਼ ਕਾਲ ਮਤਲਬ ਕਿਸੇ ਦੇਸ਼ ਦਾ ਉਹ ਕਲਚਰ ਪੇਸ਼ ਕਰ ਰਿਹਾ, ਸੱਭਿਆਚਾਰ ਪੇਸ਼ ਕਰ ਰਿਹਾ, ਉਸੇ ਤਰ੍ਹਾਂ ਦੇ ਕੱਪੜੇ, ਠੀਕ ਹੈ, ਬਸਤਰ, ਗਹਿਣੇ ਉਹ ਆ ਜਾਂਦੇ ਆ ਆਹਾਰਯ ਦੇ ਵਿੱਚ। ਇਸ ਤੋਂ ਬਾਅਦ ਹੈ ਜੀ ਸਾਤਵਿਕ। ਸਾਤਵਿਕ ਦੇ ਵਿੱਚ ਕੀ ਆਉਂਦਾ ਹੈ? ਬਹੁਤ ਸੂਖਮ ਰੂਪ ਆ ਇਹ। ਇਹਦੇ ਵਿੱਚ ਜੋ ਵੀ ਫੀਲਿੰਗਸ ਹੁੰਦੀਆਂ ਨੇ, ਠੀਕ ਹੈ, ਅਨੁਭਵ ਹੁੰਦੇ ਨੇ, ਜਿਵੇਂ ਰੋਮੈਂਟਿਕ ਹੋ ਜਾਣਾ, ਜਾਂ ਤਰੇਲੀ ਆ ਜਾਣੀ, ਘਬਰਾ ਜਾਣਾ, ਠੀਕ ਹੈ, ਅਲੱਗ-ਅਲੱਗ ਤਰ੍ਹਾਂ ਦੀ ਹੈਰਾਨ ਹੋਣ ਵਾਲੇ ਭਾਵ ਪੇਸ਼ ਕਰਨਾ ਚਿਹਰੇ ਦੇ ਉੱਤੇ, ਹੱਸਣਾ, ਠੀਕ ਹੈ, ਰੋਣਾ, ਅਲੱਗ-ਅਲੱਗ ਤਰ੍ਹਾਂ ਦੀਆਂ ਸ਼ਕਲਾਂ ਬਣਾ ਕੇ ਇਮੋਸ਼ਨਸ ਪੈਦਾ ਕਰਨੇ, ਠੀਕ ਹੈ, ਇਮੋਸ਼ਨ ਸ਼ੋਅ ਕਰਨੇ, ਦਿਖਾਉਣੇ ਦਰਸ਼ਕਾਂ ਨੂੰ। ਇਹ ਸਾਰੇ ਆ ਜਾਂਦੇ ਆ ਸਾਤਵਿਕ ਦੇ ਵਿੱਚ। ਇਸ ਤੋਂ ਬਾਅਦ ਇੱਕ ਸੁਤੰਤਰ ਤੱਤ ਮੰਨਿਆ ਜਾਂਦਾ ਜੀ ਵ੍ਰਿਤੀ, ਜਿਹੜਾ ਕਿ ਉੱਤਮਤਾ ਪ੍ਰਦਾਨ ਕਰਦਾ ਹੈ ਕਿਸ ਨੂੰ? ਨਾਟਕ ਨੂੰ।
ਅੱਗੇ ਇਹਦੇ ਵੀ ਹੁਣ 4 ਭੇਦ ਨੇ, ਠੀਕ ਹੈ। ਚਲੋ ਕੋਈ ਗੱਲ ਨਹੀਂ, ਲੈਕਚਰ ਥੋੜ੍ਹਾ ਵੱਡਾ ਹੋ ਗਿਆ, ਪਰ ਐਕਸਪਲੇਨ ਸਾਰਾ ਕਰਨਾ ਹੀ ਪੈਣਾ ਸੀ ਤਾਂ ਸੋ ਮੈਂ ਕਰਤਾ, ਠੀਕ ਹੈ। ਤੁਹਾਨੂੰ ਜਿੰਨੀ ਲੋੜ ਹੋਈ ਤੁਸੀਂ ਲੈ ਲਿਓ ਜੀ ਇਸ ਦੇ ਵਿੱਚੋਂ। ਪਹਿਲਾ ਹੈ ਜੀ ਕੌਸ਼ਕੀ। ਕੌਸ਼ਕੀ ਦੇ ਵਿੱਚ ਇਸਤਰੀਆਂ ਦੀ ਗੱਲ ਆਉਂਦੀ ਹੈ, ਠੀਕ ਹੈ। ਇਸਤਰੀਆਂ ਦਾ ਪ੍ਰਮੁੱਖ ਸਥਾਨ ਹੈ ਇਹਦੇ ਵਿੱਚ, ਸੁੰਦਰ ਅਤੇ ਕੋਮਲ ਭਾਵਨਾਵਾਂ ਨਾਲ ਜੁੜਿਆ ਹੋਇਆ। ਦੂਸਰਾ ਸਾਤਵਤੀ। ਸਾਤਵਤੀ ਦੇ ਵਿੱਚ ਰਸ ਨੇ, ਕਿਹੜੇ ਰਸ? ਜਿਹੜੇ ਉਤਸ਼ਾਹ ਪੈਦਾ ਕਰਦੇ ਆ। ਅੱਗੇ ਆਰਪੱਟੀ। ਆਰਪੱਟੀ ਦੇ ਵਿੱਚ ਇਹਦੇ ਵਿੱਚ ਵੀ ਰਸ ਨੇ, ਪਰ ਰਸ ਕਿਹੜੇ? ਜਿਹੜੇ ਕ੍ਰੋਧ ਪੈਦਾ ਕਰਦੇ ਆ। ਇਸ ਵਾਰ ਭਾਰਤੀ। ਭਾਰਤੀ ਦੇ ਵਿੱਚ ਮੇਨ ਭਾਸ਼ਾ ਵਿਧੀ, ਕਿ ਕਿਸ ਤਰ੍ਹਾਂ ਦੀ ਭਾਸ਼ਾ ਜਿਹੜੀ ਉਹ ਵਰਤੀ ਜਾ ਰਹੀ ਹੈ, ਜਿਵੇਂ ਪੁਰਸ਼ਾਂ ਦੇ ਲਈ ਸੰਸਕ੍ਰਿਤ ਸੀ, ਠੀਕ ਹੈ, ਜਾਂ ਦੂਜੀਆਂ ਭਾਸ਼ਾਵਾਂ ਕਿਸ ਤਰ੍ਹਾਂ ਦੀਆਂ ਵਰਤਦੇ ਆ, ਉਹ ਆਉਂਦਾ ਇਹਦੇ ਵਿੱਚ। ਇਸ ਤੋਂ ਬਾਅਦ ਬਸ ਆਪਾਂ ਐਂਡ ਵੱਲ ਵੱਧ ਰਹੇ ਹਾਂ। 27 ਮਾਰਚ ਮਨਾਇਆ ਜਾਂਦਾ ਹੈ ਰੰਗਮੰਚ ਦਿਵਸ ਵਜੋਂ, ਯਾਦ ਕਰ ਲਿਓ ਜੀ। ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ ਵਿਸ਼ਵ ਰੰਗਮੰਚ ਦਿਵਸ। ਉਸ ਤੋਂ ਬਾਅਦ ਜੋ ਮੋਹਰੀ ਨੁੱਕੜ ਨਾਟਕ ਮੰਡਲੀ ਹੈ, ਬਹੁਤ ਜ਼ਿਆਦਾ ਨੁੱਕੜ ਨਾਟਕ ਕਰਵਾ ਰਹੀ ਹੈ, ਉਹ ਹੈ ਰੈੱਡ ਆਰਟਸ ਪੰਜਾਬ। ਅਤੇ ਕਥਾ ਵਸਤੂ ਦੇ, ਆਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਇਹ ਆ ਵੀ ਚੁੱਕਿਆ ਪੇਪਰ ਦੇ ਵਿੱਚ। ਕਥਾ ਵਸਤੂ ਦੇ 3 ਅੱਗੇ ਭੇਦ ਮੰਨੇ ਜਾਂਦੇ ਆ, ਠੀਕ ਹੈ, ਤੱਤ ਮੰਨੇ ਜਾਂਦੇ ਆ। ਪ੍ਰੀਖਿਆਤ, ਉਤਪਾਦਿਆ, ਮਿਸ਼ਰਤ। ਪ੍ਰੀਖਿਆਤ ਮਤਲਬ ਪ੍ਰਸਿੱਧ ਕਹਾਣੀ ਹੈ ਜਿਹੜੀ ਉਹ ਪ੍ਰਸਿੱਧ ਹੋਵੇ। ਉਤਪਾਦਿਆ ਮਤਲਬ ਕਲਪਿਤ, ਉਹਦੇ ਵਿੱਚ ਕਲਪਨਾ ਹੋਵੇ। ਮਿਸ਼ਰਤ ਮਤਲਬ ਜਿਹਦੇ ਵਿੱਚ ਦੋਨੇ ਹੋਣ, ਦੋਨਾਂ ਦਾ ਮਿਲਾ ਉਹ ਹੈ ਮਿਸ਼ਰਤ, ਠੀਕ ਹੈ ਜੀ। ਇੱਥੇ ਖ਼ਤਮ ਕਰਦੇ ਹਾਂ ਆਪਣਾ ਅੱਜ ਦਾ ਲੈਕਚਰ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਨਾਟਕ ਦਾ ਕੋਈ ਪੱਖ ਨਾ ਛੁੱਟੇ, ਜੋ ਤੁਹਾਨੂੰ ਨਾ ਪਤਾ ਲੱਗੇ ਵੀ ਇਹੋ ਜਿਹਾ ਕੋਈ ਪੱਖ ਨਾ ਰਹੇ, ਠੀਕ ਹੈ। ਸਾਰੇ ਪੱਖ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਫਿਰ ਵੀ ਕੋਈ ਕਮੀ ਪੇਸ਼ੀ ਰਹਿ ਸਕਦੀ ਹੈ, ਠੀਕ ਹੈ। ਜੇ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਅਤੇ ਜੇਕਰ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਤਾਂ ਜ਼ਰੂਰ ਸ਼ੇਅਰ ਕਰਿਓ ਜੀ, ਠੀਕ ਹੈ। ਮੇਰਾ ਕੰਮ ਤੁਹਾਨੂੰ ਪੜ੍ਹਾਉਣਾ ਅਤੇ ਤੁਹਾਡਾ ਫਰਜ਼ ਹੈ ਸ਼ੇਅਰ ਕਰਨਾ। ਅਤੇ ਜੇ ਤੁਹਾਨੂੰ ਪਸੰਦ ਆਈ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ, ਅਤੇ ਨਾਲ ਹੀ ਆਪਣੇ ਸੁਝਾਅ ਜਿਹੜੇ ਉਹ ਦਿੰਦੇ ਰਹੋ। ਤੁਹਾਡੇ ਸੁਝਾਵਾਂ ਦੀ ਹਮੇਸ਼ਾ ਉਡੀਕ ਰਹੇਗੀ। ਹਾਂਜੀ, ਕਰਦੇ ਰਹੋ ਪੰਜਾਬੀ ਦੀ ਤਿਆਰੀ, ਅਤੇ ਦੇਖਦੇ ਰਹੋ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ। ਕੱਲ੍ਹ ਨੂੰ ਮਿਲਦੇ ਹਾਂ ਇੱਕ ਹੋਰ ਸਾਹਿਤ ਦੇ ਰੂਪ ਨਾਲ, ਅਤੇ ਨਾਲ ਦੀ ਨਾਲ ਮੌਕ ਟੈਸਟ ਨਾਲ। ਧੰਨਵਾਦ ਜੀ।